ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਗੋਦ ਵਿੱਚ ਬੜੇ ਹੀ ਅਦਬ ਸਹਿਤ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਸ਼ੁਭ ਕਰਮਾਂ ਸਦਕਾ ਇਹ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਗੁਰੂ ਚਰਨਾਂ ਵਿੱਚ ਸਫਲੀਆਂ ਬਣਾਈਏ। ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ। ਜਿਸ ਵੇਲੇ ਨੂਰ ਸ਼ਾਹ ਦੀਆਂ ਭੇਜੀਆਂ ਜਾਦੂਗਰਨੀਆਂ ਨੇ ਆਪਣੇ ਹੀਲੇ ਵਸੀਲਿਆਂ ਤੋਂ ਅੱਕ ਥੱਕ ਕੇ ਆਪਣੀ ਰਾਣੀ ਨੂੰ ਆ ਕੇ ਕਿਹਾ, ਉਹਨਾਂ ਚੇਟਕੀ ਫਕੀਰਾਂ ਅੱਗੇ ਸਾਡੀ ਕਰਾਮਾਤ ਨਹੀਂ ਚੱਲਦੀ। ਅਸੀਂ ਹਰ ਯਤਨ ਕਰਕੇ ਵੇਖਿਆ ਪਰ ਨਿਸ਼ਫਲ ਹੈ। ਇਹ ਸੁਣ ਕੇ ਗੁੱਸੇ ਵਿੱਚ ਆਈ ਨੂਰ ਸ਼ਾਹ, ਆਖਣ ਲੱਗੀ ਮੈਂ ਵੇਖਦੀ ਹਾਂ ਉਹਨਾਂ ਫਕੀਰਾਂ ਨੂੰ, ਜਾਂ ਫਕੀਰ ਨਹੀਂ ਤੇ ਜਾਂ ਫਿਰ ਮੈਂ ਨਹੀਂ। ਜੰਤਰ ਮੰਤਰ ਤੇ ਤੰਤਰ ਤਿੰਨ ਪ੍ਰਕਾਰ ਦੀ ਵਿਦਿਆ ਵਰਤੀ, ਤਬੀਤ ਪੜ੍ਹ ਪੜ੍ਹ ਕੇ ਫੂਕੇ ਨੇ, ਪਰ ਘੜਾ ਟਸ ਤੋਂ ਮਸ ਨਾ ਹੋਇਆ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਪਾਸ ਚੱਲ ਕੇ ਆਈ ਹੈ ਜਦੋਂ ਉਹ ਔਰਤ ਨੇ ਬਾਰ-ਬਾਰ ਆਖਿਆ ਮੇਰੀ ਜਾਨ ਬਚਾ ਲਓ। ਜੇ ਫਕੀਰ ਸਾਈਂ ਦੇ ਚਲੇ ਗਏ ਮੇਰੀ ਸਾਰੀ ਜ਼ਿੰਦਗੀ ਇਸ ਮੁਸ਼ੱਕਤ ਵਿੱਚ ਨਿਕਲ ਜਾਏਗੀ। ਨੂਰ ਸ਼ਾਹ ਸਤਿਗੁਰਾਂ ਨੂੰ ਪਰਖਣ ਵਾਸਤੇ ਆਪਣੀਆਂ ਸਖੀਆਂ ਸਹੇਲੀਆਂ ਦੇ ਸਮੇਤ ਆਈ, ਆ ਕੇ ਮੱਥਾ ਟੇਕਿਆ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੇ ਰਾਗ ਸੂਹੀ ਦੇ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤਾ। ਮੰਝ ਕੁਚੱਜੀ ਅਮਾਵਣ ਡੋਸੜੇ, ਹਾਉ ਕਿਉ ਸਹੁ ਰਾਵਣ ਜਾਏ ਜਿਉ, ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜਿਉ। ਇਹਨਾਂ ਅੰਮ੍ਰਿਤ ਬਚਨਾਂ ਦੁਆਰਾ ਸਤਿਗੁਰਾਂ ਨੇ ਸੇਧ ਬਖਸ਼ੀ ਹੈ, ਜਿਸ ਵਿੱਚ ਅਕਾਲ ਪੁਰਖ ਪਤੀ ਦੇ ਪਰਥਾਏ ਆਪਣੇ ਸਰੂਪ ਦਾ ਜ਼ਿਕਰ ਕੀਤਾ ਵੀ ਮੈਂ ਉਹ ਕੁਚੱਜੀ ਔਰਤ ਹਾਂ ਜੋ ਪਰਮੇਸ਼ਵਰ ਪਤੀ ਪਰਮਾਤਮਾ ਨੂੰ ਕਦੇ ਪ੍ਰਸੰਨ ਚਿੱਤ ਕਰ ਹੀ ਨਹੀਂ ਸਕੀ। ਇਹਨਾਂ ਦੋ ਪੰਕਤੀਆਂ ਦੇ ਅਰਥ ਆਪ ਜੀ ਨੇ ਕੱਲ ਸਰਵਣ ਕੀਤੇ। ਆਓ ਅੰਮ੍ਰਿਤ ਬਚਨਾਂ ਦੀ ਸਾਂਝ ਪਾਈਏ। ਸਮੁੱਚਤਾ ਦੇ ਵਿੱਚ ਸਤਿਗੁਰ ਜੀ ਕੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪਾਓ ਪ੍ਰੇਮ ਦੀ ਸਾਂਝ, ਆਸੀਸ ਬਖਸ਼ੋ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨੀ ਸਖੀ ਸੋਰਾਵਿਆ ਸੇ ਅੰਬੀ ਛਾਵੜੀ ਇਹ ਜਿਉ। ਦੀਨ ਦੁਨੀਆ ਦੇ ਵਾਲੀ ਗੁਰੂ ਨਾਨਕ ਸਾਹਿਬ ਮਹਾਰਾਜ ਜਾਦੂਗਰਨੀ ਨੂਰ ਸ਼ਾਹ ਦੇ ਸਨਮੁਖ ਇਹ ਸ਼ਬਦ ਉਚਾਰਨ ਕਰਦੇ ਨੇ, ਜਿਨੀ ਸਖੀ ਸਹੁ ਪਾਇਆ। ਜਿਨ੍ਹਾਂ ਸਖੀਆਂ ਨੇ ਸਹੇਲੀਆਂ ਨੇ ਉਹ ਪਤੀ ਪਰਮਾਤਮਾ ਪਾਇਆ, ਉਹ ਸੁਹਾਗਣਾ ਨੇ। ਅੰਬੀ, ਅੰਬੀ ਨਾਮ ਹੈ ਅੰਬਾਂ ਦੇ ਬਾਗਾਂ ਦਾ, ਰੁੱਖਾਂ ਦਾ। ਛਾਵੜੀ ਇਹ ਜੀਓ, ਉਹਨਾਂ ਸੁਹਾਗਣਾ ਨੇ ਗੁਰਮੁਖਾਂ ਨੇ ਕਹਿੰਦੇ ਅੰਬਾਂ ਦੀ ਛਾਂ ਮਾਣੀ।
ਭਾਵ ਉਹ ਸਕੂਨ ਵਿੱਚ ਬੈਠੇ ਆ। ਬਾਗਾਂ ਦੀ ਛਾਵੇਂ ਉਹ ਬੈਠੇਗਾ ਜਿਹੜਾ ਦੁਨੀਆ ਤੋਂ ਸੰਤੁਸ਼ਟ ਹੈ। ਜਿਹੜਾ ਜ਼ਮਾਨੇ ਤੋਂ ਦੁਖੀ ਹੈ ਉਹ ਤੇ ਇਕੱਲਾ ਹੀ ਬਹਿੰਦਾ, ਲੁਕ ਲੁਕ ਕੇ ਬਹਿੰਦਾ। ਬਾਗਾਂ ਦੀ ਛਾਵੇਂ ਬੈਠ ਕੇ ਪੀਂਘਾਂ ਕੌਣ ਝੂਟਦੀਆਂ ਨੇ? ਜੋ ਖੁਸ਼ ਨੇ, ਸੰਤੁਸ਼ਟ ਨੇ। ਸਤਿਗੁਰ ਕਹਿੰਦੇ ਉਹ ਪਤਨੀਆਂ ਪਰਮਾਤਮਾ ਦੀਆਂ ਭਾਗਾਂ ਵਾਲੀਆਂ ਨੇ, ਭਾਵ ਉਹ ਰੱਬ ਦੇ ਪਿਆਰੇ ਬੰਦਗੀ ਵਾਲੀਆਂ ਰੂਹਾਂ ਜੋ ਪਤਨੀਆਂ ਨੇ। ਪਤੀ ਤੇ ਇੱਕ ਪਰਮਾਤਮਾ ਹੀ ਹੈ। ਠਾਕੁਰ ਏਕ ਸਵਾਈ ਨਾਰ, ਇੱਕ ਖਸਮ ਪਤੀ ਹੈ, ਬਾਕੀ ਸਾਰੀਆਂ ਉਹਦੀਆਂ ਨਾਰਾਂ ਨੇ। ਕੋਈ ਚੰਗੀ ਹੈ, ਕੋਈ ਮਾੜੀ ਹੈ, ਕੋਈ ਸੁਹਾਗਣ ਹੈ, ਕੋਈ ਦੁਹਾਗਣ ਹੈ। ਇਸ ਪੰਕਤੀ ਵਿੱਚ ਸਤਿਗੁਰ ਜੀ ਉਹਨਾਂ ਚੰਗੀਆਂ ਦਾ ਜ਼ਿਕਰ ਕਰਦੇ ਨੇ। ਕਹਿੰਦੇ ਜਿਨ੍ਹਾਂ ਦੇ ਜੀਵਨ ਵਿੱਚ ਸੁੱਖ ਸੀ, ਆਨੰਦ ਹੈ, ਪਤੀ ਪਿਆਰਾ ਪਰਮਾਤਮਾ ਜਿਨ੍ਹਾਂ ਦੀ ਸੇਜਾ ਹਿਰਦੇ ਵਿੱਚ ਵਸਿਆ ਹੈ, ਕਹਿੰਦੇ ਅੰਬਾਂ ਦੀਆਂ ਛਾਵਾਂ ਮਾਣਦੀਆਂ ਨੇ। ਸੇ ਗੁਣ ਮੰਜਨ ਆਵਣੀ ਹੋ ਕੈ ਜੀ ਦੋਸ਼ ਧਰਿਓ ਜਿਉ। ਪਰ ਮੈਂ ਕੀ ਕਰਾਂ? ਸੇ ਗੁਣ ਮੰਝ ਨਾ ਆਵਣੀ, ਕਹਿੰਦੇ ਉਹਨਾਂ ਵਰਗੇ ਗੁਣ ਮੇਰੇ ਵਿੱਚ ਨਹੀਂ। ਜਦੋਂ ਹੁਣ ਮੇਰੇ 'ਚ ਗੁਣ ਕੋਈ ਨਹੀਂ, ਮੈਂ ਕਿਸੇ ਨੂੰ ਹੱਸਦਿਆਂ ਖੇਡਦਿਆਂ ਵੇਖ ਕੀ ਦੋਸ਼ ਕੱਢਾਂ? ਹਰ ਬੰਦੇ ਦੀ ਜ਼ਿੰਦਗੀ ਇਸੇ ਕੰਮ 'ਚ ਲੱਗੀ ਆ ਨਾ, ਦੂਜੇ ਦੀਆਂ ਗਲਤੀਆਂ ਫਰੋਲਣ 'ਚ, ਦੂਜੇ ਦੇ ਗੁਨਾਹਾਂ ਨੂੰ ਟਟੋਲਣ ਵਿੱਚ। ਪਰ ਗੁਰਬਾਣੀ ਨੇ ਤੇ ਸਪਸ਼ਟ ਹੀ ਸਮਝਾ ਦਿੱਤਾ, ਭਾਈ ਇੱਥੇ ਹਰ ਇਨਸਾਨ ਗਲਤੀਆਂ ਦਾ ਪੁਤਲਾ ਏ। ਇੱਥੇ ਕੋਈ ਐਸਾ ਨਹੀਂ ਜੰਮਿਆ ਜਿਹਨੇ ਕਦੇ ਗਲਤੀ ਨਾ ਕੀਤੀ ਹੋਵੇ, ਗੁਨਾਹ ਨਾ ਕੀਤਾ ਹੋਵੇ। ਇੱਥੇ ਗਲ ਵਿੱਚ ਹਾਰ ਹਨ। ਕਹਿੰਦੇ ਜਦੋਂ ਮੈਂ ਵੇਖਿਆ ਮੇਰੇ ਵਿੱਚ ਔਗਣ ਨੇ, ਕਿਉਂਕਿ ਮੰਝ ਕੁਚੱਜੀ ਅਮਾਵਨ ਡੋਸੜੇ, ਮੇਰੇ 'ਚ ਤੇ ਇੰਨੇ ਦੋਸ਼ ਸਮਾਏ ਹੋਏ ਨੇ, ਮੈਂ ਕਿਵੇਂ ਪਤੀ ਪਰਮਾਤਮਾ ਨੂੰ ਮਿਲਾਂ? ਮਰਦ ਕਹਿੰਦੇ ਫਿਰ ਜੇ ਮੈਂ ਮਿਲ ਨਹੀਂ ਸਕਦੀ, ਮੇਰੀ ਮੁਲਾਕਾਤ ਉਸ ਸੱਜਣ ਦੇ ਨਾਲ ਹੋ ਨਹੀਂ ਸਕਦੀ, ਪਰ ਮੈਂ ਜਿਹੜੀਆਂ ਮਿਲੀਆਂ ਨੇ ਉਹਨਾਂ ਨੂੰ ਮਾੜਾ ਤਾਂ ਨਾ ਕਵਾਂ, ਕੀ ਦੋਸ਼ ਕੱਢਾਂ? ਉਹ ਤੇ ਭਾਗਾਂ ਵਾਲੀਆਂ ਨੇ, ਉਹ ਗੁਰਮੁਖ ਸਖੀਆਂ ਰੱਬ ਦੇ ਪਿਆਰੇ ਜੋ ਪਰਮਾਤਮਾ ਦੇ ਕਰੀਬ ਨੇ ਤੇ ਰੱਬ ਵਾਲੇ ਹੋ ਗਏ ਨੇ। ਮੈਂ ਕੀ ਕਹਿ ਸਕਦੀ ਹਾਂ? ਮੇਰੇ ਆਪਣੇ ਵਿੱਚ ਗੁਨਾਹ ਇੰਨੇ ਨੇ, ਆਪਣੇ ਵਿੱਚ ਐਬ ਇੰਨੇ ਨੇ, ਜਦ ਮੈਂ ਉਹਨਾਂ ਵਰਗੀ ਹੋ ਨਾ ਸਕੀ, ਭਾਵ ਉਹਨਾਂ ਬੰਦਗੀ ਵਾਲੀਆਂ ਰੂਹਾਂ ਵਰਗੀ, ਤੇ ਮੈਂ ਉਹਨਾਂ ਵਿੱਚ ਐਬ ਕਿਵੇਂ ਕੱਢ ਦਿਆਂ? ਔਗਣ ਕਿਵੇਂ ਚਿਤਾਰ ਦਿਆਂ? ਕਿਆ ਗੁਣ ਤੇਰੇ ਵਿਥਰਾ ਹੋ, ਕਿਆ ਕਿਆ ਕਿਨ ਤੇਰਾ ਨਾਉ ਜਿਉ। ਕਿਆ ਗੁਣ ਤੇਰੇ ਵਿਥਰਾ, ਐ ਰੱਬਾ ਮੇਰਿਆ ਪਤੀ ਪਰਮਾਤਮਾ ਜੀ, ਤੇਰੇ ਕਿਹੜੇ ਕਿਹੜੇ ਗੁਣਾਂ ਦਾ ਮੈਂ ਗਾਇਨ ਕਰਾਂ? ਕਿੰਨਾ ਕਿੰਨਾ ਨਾਮ ਹੈ, ਆਪਾਂ ਪੜ੍ਹਦੇ ਆ ਨਾ, ਕਿੰਨਾ ਸਾਵੀ ਤੋਲ। ਭਾਵ ਕਿੰਨਾ ਦਾ ਅਰਥ ਹੁੰਦਾ ਏ ਉਮਰ ਵਡੇਰੀ ਹੁੰਦੀ ਜਾ ਰਹੀ ਹੈ, ਬੁਢਾਪੇ ਵਾਲੇ ਪਾਸੇ ਤੁਰੇ ਜਾ ਰਹੇ ਆ। ਮੇਰਾ ਇਹ ਜੀਵਨ ਲੰਘ ਗਿਆ ਮਨੁੱਖਾ ਸਰੀਰ ਦੇ ਵਿੱਚ, ਪਰ ਪਤੀ ਪਰਮਾਤਮਾ ਵਾਹਿਗੁਰੂ ਜੀ ਮੈਂ ਇੱਕ ਪਲ ਵੀ ਕਦੇ ਤੈਨੂੰ ਚਿਤਾਰ ਨਾ ਸਕੀ, ਤੇ ਤੇਰੇ ਸੁੱਖਾਂ ਨੂੰ ਕਿਵੇਂ ਮਾਣਾ? ਮੈਂ ਤੇ ਤੇਰੇ ਤੋਂ ਟੁੱਟੀ ਹੋਈ ਆ, ਟੁੱਟ ਟੁੱਟ ਕੇ ਮੈਂ ਤੇਥੋਂ ਦੂਰ ਹੋ ਗਈ। ਕਿਉਂਕਿ ਮਨ ਵਿੱਚ ਬੁਰਾਈਆਂ ਨੇ, ਮਨ ਵਿੱਚ ਔਗਣ ਨੇ, ਮਨ ਵਿੱਚ ਸਾੜਾ ਹੈ। ਦੂਜੀਆਂ ਸੁਹਾਗਣਾਂ ਨੂੰ ਵੇਖ ਵੇਖ ਮੈਂ ਕਲਪਦੀ ਰਹਿੰਦੀ ਆ। ਪਰ ਗੁਰੂ ਨਾਨਕ ਬਾਬਾ ਜੀ ਆਖਦੇ, ਕਹਿੰਦੇ ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣਾ ਮੇਰਾ ਨਾਉ ਜੀਓ। ਕਿੱਡੀ ਵੱਡੀ ਨਿਮਰਤਾ ਹੈ। ਕਹਿੰਦੇ ਮੈਂ ਕੁਝ ਵੀ ਨਹੀਂ ਆ, ਮੈਂ ਖਾਕ ਆ। ਇੱਥੇ ਇੱਕ ਤੋਂ ਇੱਕ ਚੜ੍ਹਦੇ ਰੱਬ ਦੇ ਪਿਆਰੇ ਬੰਦਗੀ ਵਾਲੇ ਬੈਠੇ ਨੇ, ਸਾਡੇ ਨਾਂ ਨੂੰ ਤੇ ਕੋਈ ਜਾਣਦਾ ਹੀ ਨਹੀਂ। ਕੋਈ ਨਾਉ ਨਾ ਜਾਣਦਾ ਮੇਰਾ, ਇੱਥੇ ਕੌਣ ਜਾਣਦਾ? ਦੀਨ ਦੁਨੀਆ ਦੇ ਸੁਆਮੀ ਸਤਿਗੁਰ ਐਡੀ ਨਿਮਰਤਾ ਦੇ ਵਿੱਚ ਇੰਨੇ ਪਿਆਰੇ ਅੰਮ੍ਰਿਤ ਬਚਨ ਆਖਦੇ ਨੇ। ਕਹਿੰਦੇ ਨੂਰ ਸ਼ਾਹ ਸੁਣ ਸੁਣ ਕੇ ਹੈਰਾਨ ਹੁੰਦੀ ਹੈ, ਕਿਉਂਕਿ ਸ਼ਬਦ ਦਾ ਸਾਰ ਹੈ ਕੁਚੱਜੀ, ਮਾੜੇ ਕੰਮਾਂ ਵਾਲੀ, ਪਰਮੇਸ਼ਵਰ ਪਤੀ ਪਰਮਾਤਮਾ ਨੂੰ ਨਾ ਮੰਨਣ ਵਾਲੀ, ਦਰ ਦਰ ਤੇ ਕਦੇ ਕਿਸੇ ਨੂੰ ਖਸਮ ਬਣਾ ਲਿਆ, ਕਦੇ ਕਿਸੇ ਨੂੰ। ਪੀਰ ਕੋਲ ਗਈ, ਉਹਨੂੰ ਮੱਥਾ ਟੇਕ ਲਿਆ, ਰੂਹ ਕਹਿੰਦੀ ਮੇਰਾ ਇਹ ਸੁਆਮੀ ਹੈ। ਕਿਸੇ ਹੋਰ ਧਾਰਮਿਕ ਥਾਂ ਤੇ ਮੱਥਾ ਟੇਕਿਆ, ਮਨ ਕਹਿੰਦਾ ਹੁਣ ਮੇਰਾ ਮਾਲਕ ਇਹ ਹੈ, ਉਹ ਦੁਹਾਗਣ ਹੈ। ਪਰ ਜਿਹਨੇ ਇੱਕ ਖਸਮ ਪਰਮਾਤਮਾ ਨੂੰ ਆਪਣਾ ਮੰਨ ਲਿਆ ਨਾ, ਵੀ ਰੱਬਾ ਮੇਰਿਆ ਤੂੰ ਮੇਰਾ, ਹੁਣ ਮੇਰਾ ਤੇਰੇ ਬਿਨਾਂ ਕੋਈ ਨਹੀਂ। ਸਤਿਗੁਰੂ ਉਹਨਾਂ ਦੇ ਪਰਥਾਏ ਲਿਖਦੇ, ਕਹਿੰਦੇ ਉਹ ਤੇ ਅੰਬਾਂ ਦੀਆਂ ਛਾਵਾਂ ਥੱਲੇ ਬੈਠੀਆਂ ਨੇ, ਸੁਖੀ ਨੇ ਕਿਉਂਕਿ ਇੱਕ ਵਾਲੀਆਂ ਨੇ। ਪਰ ਮੇਰੇ ਵਰਗੀ ਦੁਹਾਗਣ ਉਹ ਦੂਜਿਆਂ ਦੇ ਗੁਣਾਂ ਨੂੰ ਔਗਣ ਬਣਾ ਕੇ ਪੇਸ਼ ਕਰਦੀ ਹੈ, ਤੇ ਆਪਣੇ ਔਗਣਾਂ ਨੂੰ ਗੁਣ ਬਣਾ ਰਹੀ ਹੈ।
ਸਾਹਿਬ ਕਹਿੰਦੇ ਮੈਂ ਕਿਹੜੇ ਕਿਹੜੇ ਗੁਣ ਉਸ ਪਰਮਾਤਮਾ ਦੇ ਗਾਵਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਦਾਨਾ। ਤੂੰ ਤੇ ਗੁਣਾਂ ਦਾ ਸਾਗਰ ਹੈ, ਖਜ਼ਾਨਾ ਹੈ। ਮੈਂ ਜਿਹੜੇ ਪਾਸੇ ਤੋਂ ਤੈਨੂੰ ਕਹਿ ਦਿਆਂ ਤੂੰ ਡਾਢਾ ਹੀ ਡਾਢਾ ਹੈ। ਦੁਨਿਆਵੀ ਤੌਰ ਤੇ ਸੱਚੇ ਪਾਤਸ਼ਾਹ ਮੈਂ ਤੇਰੇ ਗੁਣ ਗਾਵਾਂ ਤਾਂ ਥੋੜੇ, ਧਾਰਮਿਕ ਤੌਰ ਤੇ ਤੇਰੇ ਗੁਣ ਗਾਵਾਂ ਤਾਂ ਨਹੀਂ ਕਿਹਾ ਜਾ ਸਕਦਾ। ਅੰਤਰ ਆਤਮੇ ਤੋਂ ਗਾਵਾਂ ਤੂੰ ਕਿੱਡਾ ਵੱਡਾ ਰੂਹਾਨੀਅਤ ਦਾ ਸਾਗਰ ਹੈ, ਕਿਹਾ ਨਹੀਂ ਜਾ ਸਕਦਾ। ਮਰਦ ਕਹਿੰਦੇ ਤੇਰੇ ਗੁਣ ਬੜੇ ਆ, ਪਰ ਮੈਂ ਇਹਨਾਂ ਗੁਣਾਂ ਨੂੰ ਬਚਿਆ ਹੀ ਨਹੀਂ ਕਦੇ। ਮੇਰੀ ਉਮਰ ਬਤੀਤ ਹੁੰਦੀ ਜਾਂਦੀ ਐ। ਇਕਤ ਟੋਲ ਨਾ ਅੰਬੜਾ। ਅੱਗੇ ਜ਼ਿਕਰ ਕਰਦੇ ਨੇ ਇਕਤ ਟੋਲ ਨਾ ਅੰਬੜਾ। ਕਹਿੰਦੇ ਇੱਕ ਵੀ ਐਸਾ ਗੁਣ ਨਹੀਂ ਜਿਹਦੇ ਤੱਕ ਮੈਂ ਕਿਤੇ ਪਹੁੰਚ ਗਈ ਹੋਵਾਂ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਇਸ ਪੰਕਤੀ ਦਾ ਅਰਥ ਸਤਿਗੁਰ ਕਰਦੇ ਆ ਵੀ ਇੱਕ ਵੀ ਗੁਣ ਐਸਾ ਨਹੀਂ ਮੇਰੇ ਵਿੱਚ ਵੀ ਜਿਸ ਗੁਣ ਕਰਕੇ ਮੈਂ ਉਹ 100 ਪਰਮਾਤਮਾ ਨੂੰ ਚੰਗੀ ਲੱਗਾ। ਇੱਕ ਪਤਨੀ ਨਵਾਂ ਨਵਾਂ ਵਿਆਹ ਹੋਇਆ, ਪਤੀ ਦੀ ਗੱਲ ਮੰਨੇ ਕੋਈ ਨਾ, ਗੱਲ ਗੱਲ ਤੇ ਜੀ ਜੀ ਕਹਿੰਦੀ ਹੈ, ਹਾਂਜੀ ਹਾਂਜੀ ਕਰਦੀ ਹੈ, ਪਰ ਕਿਸੇ ਵੀ ਗੱਲ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ। ਕੋਈ ਗੱਲ ਹੋਵੇ ਜਿੱਦ ਕਰਨੀ ਹੈ, ਬਹਿਸ ਕਰਨੀ ਹੈ, ਕਿਤੇ ਨਾ ਕਿਤੇ ਉਹ ਦੁਨਿਆਵੀ ਪਤਨੀ ਤੋਂ ਵੀ ਪਤੀ ਦਾ ਮਨ ਭਰ ਜਾਂਦਾ। ਕਹਿੰਦਾ ਆਪਾਂ ਰਹਿ ਨਹੀਂ ਸਕਦੇ ਇਕੱਠੇ, ਸਾਡੇ ਵਿਚਾਰ ਨਹੀਂ ਮਿਲਦੇ। ਪਰ ਇੱਥੇ ਜ਼ਿਕਰ ਉਸ ਪਰਮਾਤਮਾ ਦਾ ਹੈ। ਕਹਿੰਦੇ ਰੱਬਾ ਮੇਰਿਆ ਤੂੰ ਤੇ ਸਾਡੇ ਵਰਗੀਆਂ ਦੁਹਾਗਣਾਂ ਨਾਲ ਵੀ ਨਿਭਾਈ ਗਿਆ। ਮਨਮੁਖ ਹਾਂ ਅਸੀਂ, ਨਾਸਤਕ ਹਾਂ ਅਸੀਂ, ਅੰਦਰੋਂ ਟੁੱਟੇ ਹੋਏ ਆ, ਮਤਲਬ ਲਈ ਤੈਨੂੰ ਜਪਦੇ ਆ, ਪਰ ਤੂੰ ਫੇਰ ਵੀ ਸਾਡੀ ਪੁਕਾਰ ਸੁਣ ਲੈਣਾ ਏ। ਤੂੰ ਡਾਢਾ ਵੱਡਾ ਹੈ, ਤੇਰੇ ਗੁਣਾਂ ਨੂੰ ਮੈਂ ਕਿਵੇਂ ਗਾਵਾਂ। ਇੱਕ ਵੀ ਗੁਣ ਐਸਾ ਮੇਰੇ ਵਿੱਚ ਨਹੀਂ ਹੈ ਮੈਂ ਤੇਰੇ ਬਰਾਬਰ ਤੇ ਬਹਿ ਜਾ, ਤੇਰੇ ਬਰਾਬਰ ਬੈਠ ਕੇ ਮੈਂ ਸ਼ੋਭਾ ਤੇ ਪਾਵਾਂ। ਪਰ ਮੈਂ ਉਹਨਾਂ ਦੀ ਵੀ ਨਿੰਦਿਆ ਕੀਤੀ ਜੋ ਤੇਰੇ ਨਾਲ ਜੁੜੀਆਂ ਸੀ, ਗੁਰਮੁਖ ਰੂਹਾਂ। ਮੈਂ ਉਹਨਾਂ ਨੂੰ ਵੀ ਮਾੜਾ ਆਖਿਆ ਜਿਨ੍ਹਾਂ ਭਗਤੀ ਕੀਤੀ, ਜਤ ਸਤ ਕਮਾਇਆ, ਮੈਨੂੰ ਤੇ ਉਹ ਵੀ ਚੰਗੇ ਨਹੀਂ ਲੱਗੇ। ਸੁਭਾਵਿਕ ਗੱਲ ਆ ਸਾਡੇ ਮਨ ਦੀ, ਸਾਨੂੰ ਧਾਰਮਿਕ ਲੋਕ ਵੀ ਚੰਗੇ ਨਹੀਂ ਲੱਗਦੇ, ਸਾਨੂੰ ਨਾਸਤਿਕ ਵੀ ਚੰਗੇ ਨਹੀਂ ਲੱਗਦੇ। ਜੇ ਚੰਗਾ ਲੱਗਦਾ ਸਿਰਫ ਆਪਣਾ ਆਪ, ਬਸ ਮੈਂ ਹੀ ਹਾਂ ਜੋ ਹਾਂ, ਇਹ ਤੋਂ ਵੱਧ ਕੁਛ ਨਹੀਂ ਹੈ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਮੈਂ ਕਿਵੇਂ ਆਖਾਂ, ਉਮਰ ਮੇਰੀ ਬੀਤ ਗਈ ਹੈ, ਤੇਰੇ ਗੁਣਾਂ ਦੀ ਅਜੇ ਤੱਕ ਸੋਝੀ ਆਈ ਨਾ। ਓ ਸਦ ਕੁਰਬਾਨੇ ਤੇਰਾ ਜਾਓ ਜੀਓ। ਬਸ ਇੱਕ ਗੱਲ ਜਾਣੀ ਹੈ, ਤੇਰੇ ਤੋਂ ਸਦਾ ਹੀ ਕੁਰਬਾਨੇ ਜਾਵਾਂ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ। ਅਗਲਾ ਬਚਨ, ਹਉ ਕੁਰਬਾਨੇ ਜਾਓ ਤਿੰਨਾ ਕੈ, ਲੈਣ ਜੋ ਤੇਰਾ ਨਾਮ। ਕਹਿੰਦੀ ਉਹਨਾਂ ਤੋਂ ਵੀ ਕੁਰਬਾਨ ਜਾਵਾਂ ਜਿਹੜੇ ਤੇਰਾ ਨਾਮ ਜਪਦੀਆਂ ਨੇ। ਇੱਥੇ ਜੋ ਸਖੀਆਂ ਸ਼ਬਦ ਆਉਂਦਾ ਨਾ, ਸਹੇਲੀਆਂ, ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆਂ। ਸਿੱਖ ਹਮੇਸ਼ਾ ਗੁਰੂ ਦੀ ਪਤਨੀ ਹੈ, ਔਰਤ ਹੈ। ਪਤੀ ਤੇ ਉਹ ਪਰਮਾਤਮਾ ਅਕਾਲ ਪੁਰਖ ਪਰਮੇਸ਼ਵਰ ਹੈ। ਸਤਿਗੁਰ ਕਹਿੰਦੇ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਵਾਂ ਜਿਹੜੀਆਂ ਤੇਰੇ ਨਾਲ ਜੁੜੀਆਂ ਹੋਈਆਂ ਨੇ, ਤੇ ਮੈਂ ਕੋਸ਼ਿਸ਼ ਕਰਦੀ ਹਾਂ ਤੇਰੇ ਗੁਣਾਂ ਨੂੰ ਗਾਵਾਂ, ਤੈਨੂੰ ਜਪਾਂ, ਤੈਨੂੰ ਜਾਣਾ। ਪਰ ਸੁਭਾਵਿਕ ਤੌਰ ਤੇ ਹਰ ਔਰਤ ਔਰਤ ਦੀ ਦੁਸ਼ਮਣ ਹੈ। ਔਰਤ ਦਾ ਕੋਈ ਵੈਰੀ ਹੈ ਇੱਥੇ? ਔਰਤ ਦੀ ਵੈਰੀ, ਔਰਤ ਦੀ ਦੁਸ਼ਮਣ ਉਹਦੀ ਆਪਣੀ ਜਾਤ ਭਾਈ ਹੈ। ਇੱਕ ਦੂਜੇ ਦੇ ਸੂਟ ਬਰਦਾਸ਼ਤ ਨਹੀਂ, ਮੇਕਅਪ ਬਰਦਾਸ਼ਤ ਨਹੀਂ, ਗੱਡੀ ਬਰਦਾਸ਼ਤ ਨਹੀਂ, ਵੱਡੀਆਂ ਗੱਲਾਂ ਬਰਦਾਸ਼ਤ ਨਹੀਂ। ਮਰਦ ਕਿਤੇ ਨਾ ਕਿਤੇ ਪਰਵਾਹ ਨਹੀਂ ਕਰਦੇ, ਪਰ ਔਰਤ ਭਗਤੀ ਵੀ ਬਰਦਾਸ਼ਤ ਨਹੀਂ ਕਰਦੀ। ਸੁਭਾਵਿਕ ਗੱਲ ਹੈ। ਧਾਰਮਿਕ ਸਥਾਨਾਂ ਤੇ ਵੇਖੋ ਜਿੱਥੇ ਬੀਬੀਆਂ ਇਕੱਠੀਆਂ ਹੋਣ, ਚੰਗੀ ਗੱਲ ਹੈ, ਇਕੱਠੀਆਂ ਹੋਣਾ ਚਾਹੀਦਾ। ਬਾਣੀ ਪੜ੍ਹਦੀਆਂ ਹੋਣ, ਕਿੰਨੇ ਕੁ ਦਿਨ ਪੜ੍ਹਨਗੀਆਂ? ਮਹੀਨਾ, 2 ਮਹੀਨਾ, 5 ਮਹੀਨੇ, ਇੱਕ ਨਾ ਇੱਕ ਦਿਨ ਅੰਦਰੋਂ ਇਹ ਵੀ ਸਾੜਾ ਹੋ ਜਾਣਾ, ਇਹਨੇ ਕੀਰਤਨ ਸਿੱਖ ਲਿਆ, ਇਹਨੂੰ ਪਾਠ ਵੱਧ ਆਉਂਦਾ, ਇਹਦੀ ਸੇਵਾ ਸਾਰੇ ਕਰਦੇ, ਇਹਦੀ ਸਿਫਤ ਕਰਦੇ ਆ, ਮੈਂ ਨਹੀਂ ਜਾਣਾ। ਭਗਤੀ ਵਿੱਚ ਵੀ ਵੈਰ ਹੈ। ਪਰ ਮਰਦ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਆ ਗਿਆ ਨਾ, ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੈ, ਵਿਰੋਧਤਾ ਨਹੀਂ ਹੈ ਵੀ ਕਿਸੇ ਦੇ ਗੁਣਾਂ ਨੂੰ ਵੇਖ ਵੇਖ ਸੜੀ ਜਾਣਾ ਤੇ ਆਪਣੇ 'ਚ ਹੈ ਕੁਛ ਨਹੀਂ। ਅੱਜ ਸਮਾਜ ਵਿੱਚ ਕੀ ਹੈ, ਅਸੀਂ ਕਿਸੇ ਵਰਗੇ ਬਣ ਨਹੀਂ ਸਕਦੇ, ਕਿਸੇ ਵਰਗਾ ਗੁਣ ਸਾਡੇ ਵਿੱਚ ਨਹੀਂ ਹੈ। ਅਸੀਂ ਲੱਤਾਂ ਖਿੱਚ ਸਕਦੇ ਹਾਂ, ਈਰਖਾ ਕਰ ਸਕਦੇ ਹਾਂ, ਸਾੜਾ ਕਰ ਸਕਦੇ ਹਾਂ, ਮਾੜਾ ਬੋਲ ਸਕਦੇ ਹਾਂ, ਪਿੱਠ ਪਿੱਛੋਂ। ਸਾਹਮਣੇ ਜ਼ਰੂਰਤ ਨਹੀਂ ਬੋਲਣ ਦੀ।
ਸਮਾਜ ਦਾ ਆ ਹਾਲ ਹੈ। ਉਹੀ ਦੱਸ ਰਹੇ ਆ ਗੁਰੂ ਪਾਤਸ਼ਾਹ ਜੀ, ਕਹਿੰਦੇ ਮੈਂ ਉਸ ਪਰਮਾਤਮਾ ਤੋਂ ਕੁਰਬਾਨ ਜਾਵਾਂ ਤੇ ਕੁਰਬਾਨ ਉਹਨਾਂ ਸਖੀਆਂ ਸਹੇਲੀਆਂ ਤੋਂ ਜਾਵਾਂ। ਹਉ ਕੁਰਬਾਨੇ ਜਾਓ ਤਿੰਨਾ ਕਹਿ ਲੈਣ ਜੋ ਤੇਰਾ ਨਾਉ। ਜੋ ਤੇਰਾ ਨਾਮ ਜਪਦੇ ਆ, ਜੋ ਤੇਰੀ ਸਿਫਤ ਕਰਦੇ ਆ, ਸਦਾ ਹੀ ਉਹਨਾਂ ਤੋਂ ਮੈਂ ਆਪਾਂ ਨਿਸ਼ਾਵਰ ਕਰਦੇ ਆ। ਸੋਇ ਨਾ ਰੂਪ ਰੰਗਲਾ ਮੋਤੀ ਤੈ ਮਾਣਕ ਜਿਉ। ਕਹਿੰਦੇ ਸੋਏ ਨਾ ਰੂਪਾ ਰੰਗਲਾ, ਸੋਨਾ ਰੂਪਾ ਨਾਮ ਹੈ ਚਾਂਦੀ ਦਾ, ਰੰਗਲਾ ਨਾਮ ਹੈ ਸੋਹਣੇ ਦਾ। ਕਹਿੰਦੇ ਮਾਣਕ ਤੇਰਾ ਨਾਉ ਜਿਉ। ਹੁਣ ਸੋਨਾ ਚਾਂਦੀ ਹੀਰੇ ਦੇ ਨਾਲੋਂ ਜ਼ਿਆਦਾ ਸੋਹਣੇ ਲੱਗਦੇ ਆ ਮੋਤੀ। ਤੁਸੀਂ ਸੋਨਾ ਜਿੰਨਾ ਮਰਜ਼ੀ ਪਾਇਆ ਜੇ ਗਲ ਵਿੱਚ ਕਿਸੇ ਭੈਣ ਨੇ, ਕਿਸੇ ਔਰਤ ਨੇ, ਬੀਬੀ ਨੇ, ਕਿਸੇ ਮਰਦ ਨੇ ਹੱਥ 'ਚ ਜੱਜ ਗਲ ਵਿੱਚ ਚਿੱਟੇ ਮੋਤੀਆਂ ਦੀ ਮਾਲਾ ਪਾਈ ਹੈ ਨਾ, ਉਹਦੀ ਟੌਰ ਹੀ ਵੱਖਰੀ ਹੈ, ਪਹਿਚਾਣ ਵੱਖਰੀ ਹੈ। ਗੋਲਡ ਭਾਵੇਂ ਤੁਸੀਂ ਮਹਿੰਗੇ ਤੋਂ ਮਹਿੰਗਾ ਪਾ ਲਓ, ਪਲੈਟੀਨਮ ਪਾ ਲਓ, ਚਿੱਟਾ ਸੋਨਾ ਇੰਨਾ ਨਹੀਂ ਜਚਣਾ, ਇੰਨੀ ਚਾਂਦੀ ਨਹੀਂ ਜਚਣੀ ਜਿੰਨੇ ਸੁੱਚੇ ਮੋਤੀਆਂ ਦੀ ਮਾਲਾ ਜਚਦੀ ਹੈ। ਭਾਵੇਂ ਸੁੱਚੇ ਮੋਤੀਆਂ ਦਾ ਮੁੱਲ ਘੱਟ ਹੋਵੇ। ਕਦੇ ਨੋਟ ਕਰਿਓ, ਰਾਜੇ ਮਹਾਰਾਜੇ ਤੇ ਰਾਣੀਆਂ ਹਮੇਸ਼ਾ ਸੁੱਚੇ ਮੋਤੀ ਪਹਿਨਦੇ ਆ। ਮਰਦ ਕਹਿੰਦੇ ਤੇਰਾ ਨਾਮ ਤੇ ਸੁੱਚਾ ਮੋਤੀ ਹੈ। ਬੇਸ਼ੱਕ ਦੁਨੀਆ ਦੇ ਵਿੱਚ ਗਹਿਣੇ ਸੋਹਣੇ ਲੱਗਦੇ ਆ, ਪਰ ਨਾਮ ਜਪਣ ਵਾਲੀਆਂ ਉਹ ਸਖੀਆਂ ਸਹੇਲੀਆਂ ਗਹਿਣਿਆਂ ਨੂੰ ਪਿਆਰ ਨਹੀਂ ਕਰਦੀਆਂ। ਉਹ ਕਹਿੰਦੇ ਸੱਜਣ ਦਾ ਨਾਮ ਜ਼ਿੰਦਗੀ ਦਾ ਗਹਿਣਾ ਹੈ। ਆਖੋ ਸਤਨਾਮ। ਪਰਮੇਸ਼ਰ ਦਾ ਨਾਮ, ਅਕਾਲ ਪੁਰਖ ਦਾ ਨਾਮ ਉਹਨਾਂ ਸਖੀਆਂ ਲਈ ਸ਼ਿੰਗਾਰ ਹੈ। ਪ੍ਰਿਓ, ਪਰਮੇਸ਼ਰ ਪਤੀ ਨੂੰ ਆਪਣਾ ਆਪ ਸਮਰਪਿਤ ਕਰ ਦੇਣਾ ਇਹ ਗਹਿਣਾ ਹੈ, ਇਹੀ ਤੇ ਸ਼ਿੰਗਾਰ ਹੈ। ਤਨ ਤੇ ਸ਼ਿੰਗਾਰ ਲਾਏ ਲੋੜਿਆਂ ਦੇ, ਤੁਰੀ ਫਿਰਦੀ ਪਤੀ ਦੇ ਨਾਲ, ਪਰ ਪਤੀ ਨਾਲ ਤੇ ਗੱਲ ਗੱਲ ਤੇ ਵੈਰ ਹੈ, ਗੱਲ ਗੱਲ ਤੇ ਡਾਂਗ ਖੜਕਦੀ ਹੈ। ਦੱਸੋ ਜੀ ਉਹ ਦੁਨਿਆਵੀ ਸ਼ਿੰਗਾਰ ਪਰਿਵਾਰ 'ਚ ਪਿਆਰ ਲਿਆਏਗਾ? ਨਹੀਂ ਨਾ, ਕੁਛ ਵੀ ਨਹੀਂ ਹੋਣਾ ਉਹਦੇ ਨਾਲ। ਉਹ ਤੇ ਜਿਹੋ ਜਿਹਾ ਲਾਇਆ, ਜਿਹੋ ਜਿਹਾ ਨਾ ਲਾਇਆ। ਮਰਦ ਕਹਿੰਦੇ ਸੋਇਨਾ ਰੂਪਾ ਰੰਗਲਾ। ਇਹ ਚੀਜ਼ਾਂ ਸਾਰੀਆਂ ਰੰਗਲੀਆਂ ਲੱਗਦੀਆਂ ਨੇ, ਸੋਹਣੀਆਂ ਲੱਗਦੀਆਂ ਨੇ। ਇੱਕ ਬੰਦਾ ਉੱਠ ਕੇ ਦੱਸੋ ਜੀ ਸੋਨਾ ਪਾ ਕੇ ਸ਼ਾਂਤੀ ਮਿਲਦੀ ਹੈ, ਚਾਂਦੀ ਪਾ ਕੇ ਮਨ ਸ਼ਾਂਤ ਹੁੰਦਾ ਹੈ, ਜਾਂ ਕੁਝ ਹੋਰ ਪਾ ਕੇ ਮਨ ਸ਼ਾਂਤ ਹੁੰਦਾ? ਨਹੀਂ, ਸ਼ਾਂਤ ਉਦਣ ਹੋਏਗਾ ਜਿੱਦਣ ਵਾਹਿਗੁਰੂ ਦਾ ਨਾਮ ਪਿਆਰਾ ਲੱਗੇਗਾ, ਪਰਮੇਸ਼ਵਰ ਦਾ ਸਿਮਰਨ ਹਿਰਦੇ ਵਿੱਚ ਮਿੱਠਾ ਲੱਗੇਗਾ। ਤੇ ਜਿੱਦਣ ਸਿਮਰਨ ਮਿੱਠਾ ਲੱਗਿਆ ਉਦਣ ਕੀ ਹੋਣਾ? ਤੇਰਾ ਕੀਆ ਮਿੱਠਾ ਲੱਗ ਗਿਆ। ਜਦੋਂ ਤੇਰਾ ਨਾਮ ਮਿੱਠਾ ਲੱਗਦਾ ਫਿਰ ਤੇਰਾ ਕੀਤਾ ਮਿੱਠਾ ਨਹੀਂ ਲੱਗਦਾ। ਸਾਡੀ ਬਿਰਤੀ ਸਾਨੂੰ ਸੱਜਣ ਚੰਗਾ ਤੇ ਲੱਗਦਾ ਨਹੀਂ, ਰਹਿਣਾ ਵੀ ਨਾਲ ਹੈ, ਪਰ ਚੰਗਾ ਕਹਿਣਾ ਵੀ ਕਦੇ ਨਹੀਂ। ਦਿਨ ਦੁਨੀਆ ਦੇ ਮਾਲਕ ਪਰਮਾਤਮਾ ਨੂੰ ਜਪਣਾ ਵੀ ਰੋਜ਼ ਹੈ, ਉਹਨੂੰ ਮੰਨਣਾ ਵੀ ਕਦੇ ਨਹੀਂ, ਉਹਦੀ ਗੱਲ ਵੀ ਕਦੇ ਨਹੀਂ ਮੰਨਣੀ, ਉਹਦੇ ਅੰਡਰ ਦੀ ਅਧੀਨ ਕਦੇ ਨਹੀਂ ਚੱਲਣਾ। ਗੱਲ ਗੱਲ ਤੇ ਆਪਣੀ ਹਉਮੈ ਰੱਖਣੀ ਆ, ਪਰ ਜਪਣਾ ਪਰਮਾਤਮਾ ਨੂੰ ਹੈ। ਸਤਿਗੁਰ ਕਹਿੰਦੇ ਜਿਨ੍ਹਾਂ ਨੇ ਆਪਾ ਕੁਰਬਾਨ ਕੀਤਾ ਨਾ, ਆਪਾਂ ਨਿਸ਼ਾਵਰ ਕੀਤਾ। ਹਉ ਆਪੋ ਬੋਲਣਾ ਜਾਣਦਾ। ਉਹ ਕਹਿੰਦੀਆਂ ਸਾਨੂੰ ਤੇ ਬੋਲਣਾ ਹੀ ਨਹੀਂ ਆਉਂਦਾ। ਜੋ ਪਰਮਾਤਮਾ ਕਰਦਾ ਜਿਉਂ ਬੁਲਾਵੈ ਹੈ ਤਿਉਂ ਬੋਲੇ ਸੁਆਮੀ, ਕੁਦਰਤ ਕਬੜ ਹਮਾਰੀ। ਕਹਿੰਦੇ ਜਿਵੇਂ ਸੱਜਣਾ ਤੂੰ ਬੁਲਾਉਣਾ ਅਸੀਂ ਉਵੇਂ ਬੋਲਦੇ ਹਾਂ। ਅਸੀਂ ਬੋਲਣ ਵਾਲੇ ਕੌਣ ਹਾਂ? ਕਿਉਂਕਿ ਤੇਰਾ ਨਾਮ ਮੋਤੀ ਅੰਦਰ ਵਸਿਆ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਮੋਤੀ ਨਾਮ ਪਰਮਾਤਮਾ ਦਾ ਵਸ ਗਿਆ ਨਾ, ਫਿਰ ਉਹਨਾਂ ਦੇ ਹਿਰਦੇ ਵਿੱਚ ਕੰਠ ਵਿੱਚ ਪਾਏ ਹੋਏ ਹਾਰ ਸ਼ੋਭਦੇ ਆ। ਸਿਮਰਨ ਦਾ ਹਾਰ, ਬੰਦਗੀ ਦਾ ਹਾਰ ਸ਼ੋਭਾ ਪਾਉਂਦਾ ਏ। ਸੇ ਵਸਤੂ ਸਹਿ ਦਿੱਤੀ ਆ, ਮੈਂ ਤਿਨ ਸਿਉ ਲਾਇਆ ਚਿਤ ਜਿਉ। ਕਿੰਨਾ ਪਿਆਰਾ ਬਚਨ ਆਖਿਆ। ਕਹਿੰਦੇ ਸੇ ਵਸਤੂ ਸਹਿ ਦਿੱਤੀਆਂ, ਮੈਂ ਤਿਨ ਸਿਉ ਲਾਇਆ ਚਿਤ ਜਿਉ। ਕਹਿੰਦੇ ਪਤੀ ਨੇ ਮੈਨੂੰ ਪਰਖ ਕੇ ਵੇਖਿਆ, ਪਰਮਾਤਮਾ ਨੇ, ਉਹਨੇ ਮੈਨੂੰ ਸੋਨਾ ਚਾਂਦੀ ਹੀਰੇ ਮੋਤੀ ਭਾਵ ਦੁਨਿਆਵੀ ਸੁੱਖ ਪਦਾਰਥ ਧੀ ਪੁੱਤ ਦੌਲਤਾਂ ਸ਼ੌਹਰਤਾਂ ਦੇਤੀਆਂ। ਤੇ ਇਹ ਵੇਖ ਕੇ ਉਹਨੇ ਪਰਖਿਆ ਵੀ ਇਹ ਪਤਨੀ ਮੇਰੀ ਮੈਨੂੰ ਪਿਆਰ ਕਰਦੀ ਜਾਂ ਪਦਾਰਥਾਂ ਨੂੰ। ਤੇ ਪਤਾ ਲੱਗਿਆ ਇਹ ਤੇ ਗਹਿਣਿਆਂ ਤੇ ਮਰਦੀ ਫਿਰਦੀ ਹੈ, ਇਹ ਤੇ ਕੱਪੜਿਆਂ ਪਿੱਛੇ ਲੜਦੀ ਫਿਰਦੀ, ਪਤੀ ਨੂੰ ਕਿੱਥੇ ਪਿਆਰ ਹੈ। ਪਰ ਉਸ ਪਰਮਾਤਮਾ ਪਤੀ ਨੇ ਸਾਨੂੰ ਧਨ ਦੌਲਤ ਪਦਾਰਥ ਜਗ ਦੀਆਂ ਵਸਤੂਆਂ ਦੇ ਕੇ ਪਰਖਿਆ ਵੀ ਮੇਰੀ ਬਣਾਈ ਹੋਈ ਦੁਨੀਆ, ਮੇਰੀ ਬਣਾਈ ਕਾਇਨਾਤ ਤੇ ਮੇਰੇ ਸਾਜੇ ਹੋਏ ਮਨੁੱਖ ਮੈਨੂੰ ਚੇਤੇ ਕਰਦੇ ਆ। ਕਹਿੰਦੇ ਮੈਂ ਤਿਸਿਓ ਲਾਇਆ ਚਿਤ ਜਿਉ। ਮੈਂ ਯਾਰ ਸੱਜਣ ਨੂੰ ਛੱਡ ਕੇ ਚਿੱਤ ਦੁਨੀਆ ਨਾਲ ਲਾ ਲਿਆ, ਸ਼ਿੰਗਾਰਾਂ ਨਾਲ ਲਾ ਲਿਆ, ਗਹਿਣਿਆਂ ਨਾਲ ਲਾ ਲਿਆ। ਘਰ ਚੰਗਾ ਕਦੋਂ ਵਸਦਾ? ਜਦੋਂ ਪਤੀ ਪਤਨੀ ਦੀ ਟੋਨਿੰਗ ਇੱਕ ਹੋਵੇ।
ਪਰ ਹਾਂ ਰਹਿਣਾ ਵੀ ਨਾਲ ਹੈ, ਤਾਨੇ ਮਿਹਣੇ ਵੀ ਦੇਣੇ ਆ, ਤੇ ਸਿਰਫ ਪਦਾਰਥਾਂ ਦੇ ਪਿੱਛੇ ਲੜਨਾ ਤੇ ਉਹ ਪਤੀ ਦੀ ਸਾਂਝ ਥੋੜੀ ਹੈ। ਇਹ ਭਾਵ ਅੰਦਰ ਦੱਸ ਰਹੇ ਆ ਮਹਾਰਾਜ, ਰੱਬ ਕੋਲੇ ਵੀ ਆਉਣਾ, ਰੱਬ ਰੱਬ ਕਰਨਾ ਵੀ ਹੈ। ਕਹਿੰਦੇ ਚਿੱਤ ਪਦਾਰਥਾਂ ਨਾਲ ਜੁੜਿਆ, ਵਾਹਿਗੁਰੂ ਆਹ ਦੇ ਦਿਓ, ਸੱਚੇ ਪਾਤਸ਼ਾਹ ਆਹ ਦੇ ਦਿਓ। ਮਹਾਰਾਜ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹ ਖਸਮ ਭੁੱਲ ਗਿਆ। ਖਸਮ ਦੀਆਂ ਦਿੱਤੀਆਂ ਵਸਤੂਆਂ, ਉਹਦੇ ਦਿੱਤੇ ਗਿਫਟ ਉਹ ਯਾਦ ਨੇ ਪਿਆਰੇ ਲੱਗਦੇ ਆ, ਪਰ ਉਹਦਾ ਕਹਿਣਾ ਹੀ ਨਹੀਂ ਮੰਨਿਆ ਕਦੇ, ਉਹ ਪਿਆਰਾ ਹੀ ਨਹੀਂ ਲੱਗਿਆ। ਕਹਿੰਦੇ ਰੱਬਾ ਮੇਰਿਆ ਤੂੰ ਇੱਕ ਭਰਮ ਦਾ ਜਾਲ ਮਾਇਆ ਦਾ ਸਾਡੇ ਤੇ ਪਾਇਆ, ਆ ਜੱਗ ਦੇ ਪਦਾਰਥ ਸਾਨੂੰ ਦੇਤੇ, ਅਸੀਂ ਭੁੱਲ ਗਏ ਤੈਨੂੰ, ਤੇਰੇ ਪਦਾਰਥਾਂ ਨਾਲ ਹੀ ਜੁੜੇ ਹੋਏ ਆ। ਨੂਰ ਸ਼ਾਹ ਜਾਦੂਗਰਨੀ ਨੂੰ ਮਰਦੇ ਸਮਝਾ ਰਹੇ ਆ ਕਰਾਮਾਤਾਂ ਪਦਾਰਥ ਰਾਜ ਭਾਗ ਤੈਨੂੰ ਪਰਮਾਤਮਾ ਨੇ ਦੇਤਾ, ਪਰ ਤੂੰ ਖਸਮ ਪਿਆਰੇ ਵਾਹਿਗੁਰੂ ਨੂੰ ਭੁੱਲ ਗਈ ਹੈ, ਤੈਨੂੰ ਰੱਬ ਹੁਣ ਯਾਦ ਨਹੀਂ। ਮੰਦਰ ਮਿੱਟੀ ਸੰਦੜੇ, ਆ ਮੰਦਰ ਮਿੱਟੀ ਸੰਦੜੇ, ਮੰਦਰ ਨਾਮ ਹੈ ਮਕਾਨਾਂ ਦਾ। ਕਹਿੰਦੇ ਮਕਾਨ ਮਿੱਟੀ ਨੇ, ਸੰਦੜੇ ਬੜੇ ਹੋਏ ਮਿੱਟੀ ਤੋਂ। ਸਾਡੇ ਘਰ ਕਾਦੇ ਆ ਜੀ, ਚਾਹੇ ਕੋਈ ਸ਼ੀਸ਼ ਮਹਿਲ ਹੋਵੇ, ਮਹਿੰਗੇ ਤੋਂ ਮਹਿੰਗੀ ਕੋਠੀ ਹੋਵੇ, ਬੰਗਲੋ ਹੋਵੇ, ਸਭ ਇੱਟਾਂ ਸੀਮਟ ਤੋਂ ਬਣੇ ਆ। ਬਣੇ ਕਾਦੇ ਤੋਂ? ਮਿੱਟੀ ਤੋਂ ਨੇ। ਕਹਿੰਦੇ ਜਿੰਨੇ ਮੰਦਰ ਨੇ ਮਿੱਟੀ ਸੰਦੜੇ। ਆ ਸਰੀਰ ਵੀ ਮਿੱਟੀ ਦਾ ਸੀ, ਇਹ ਵੀ ਮਿੱਟੀ ਤੋਂ ਬਣਿਆ ਹੋਇਆ, ਪੰਜਾਂ ਤੱਤਾਂ ਤੋਂ। ਤੇ ਆ ਜਿਸ ਘਰ 'ਚ ਰਹਿੰਦੇ ਸੀ ਇਹ ਵੀ ਮਿੱਟੀ ਦਾ, ਮਿੱਟੀ ਵਿੱਚ ਮਿੱਟੀ ਰਹਿ ਕੇ ਪ੍ਰਧਾਨ ਬਣੀ ਫਿਰਦੀ, ਆਕੜੀ ਮਾਣ ਨਹੀਂ ਨਾ। ਆ ਮਿੱਟੀ ਦੀ ਆਕੜ ਮਾਣ ਤੇ ਨਾ ਆ ਮਿੱਟੀ ਜਿਹੜੀ ਬਾਹਰ ਦੀ ਹੈ, ਇਹਦਾ ਵੀ ਬੜਾ ਮਾਣ ਹੈ। ਸਾਡਾ ਘਰ, ਮੇਰਾ ਘਰ, ਪਤਾ ਨਹੀਂ ਇਸ ਘਰ ਵਿੱਚ ਕਿੰਨੇ ਆਏ ਤੇ ਕਿੰਨੇ ਆ ਜਾਣਾ ਹੈ, ਕਿੰਨੇ ਪ੍ਰਾਹੁਣੇ ਬਣ ਕੇ ਆਏ ਤੇ ਕਿੰਨੇ ਤੁਰ ਗਏ। ਮਰਦ ਕਹਿੰਦੇ ਮੈਂ ਚਿੱਤ ਲਾ ਲਿਆ ਮਿੱਟੀ ਸੰਦੜੇ, ਪਤੀ ਪਰਮਾਤਮਾ ਨੇ ਮੈਨੂੰ ਘਰ-ਬਾਰ ਦਿੱਤਾ, ਸਰੀਰ ਦਿੱਤਾ, ਮੈਂ ਆਪਣੇ ਸਰੀਰ ਘਰ ਨਾਲ ਹੀ ਮਨ ਜੋੜ ਲਿਆ, ਮੈਨੂੰ ਸੱਜਣ ਯਾਦ ਹੀ ਨਹੀਂ ਆਇਆ ਕਦੇ। ਕਹਿਣਾ ਪੈਂਦਾ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਕਹਿਣਾ ਪੈਂਦਾ ਨਾਮ ਜਪਿਆ ਕਰੋ, ਕਹਿਣਾ ਪੈਂਦਾ ਭਾਈ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਨੂੰ ਧਿਆਇਆ ਕਰੋ। ਭਾਵ ਖਸਮ ਭੁੱਲ ਗਿਆ, ਉਹਦੀਆਂ ਵਸਤੂਆਂ ਚੇਤੇ ਨੇ। ਕਹਿੰਦੇ ਮਿੱਟੀ ਦੇ ਮਕਾਨ ਜਿੰਨੇ ਸੀ ਸਭ ਮੈਨੂੰ ਫੱਬਦੇ ਰਹੇ। ਪੱਥਰ ਕੀਤੇ ਰਾਸ ਜਿਓ, ਪੱਥਰ ਕੀਤੇ ਰਾਸ ਜਿਓ। ਕਹਿੰਦੇ ਆ ਜਿੰਨੇ ਦੁਨਿਆਵੀ ਪੱਥਰ ਨੇ, ਸੋਹਣੀਆਂ ਟਾਈਲਾਂ, ਸੋਹਣੇ ਪੱਥਰ, ਸੋਹਣੇ ਪਦਾਰਥ, ਆ ਜੋ ਸਰੀਰ ਤੇ ਲਾਇਆ ਪੱਥਰਾਂ ਦਾ ਹੀ ਸਮਾਨ ਹੈ। ਮਹਿੰਗੀਆਂ ਘੜੀਆਂ, ਮਹਿੰਗੇ ਗਹਿਣੇ ਪਾਏ, ਧਰਤੀ ਖਣਿਜ ਪਦਾਰਥ ਨਿਕਲੀਆਂ ਧਾਤਾਂ, ਹੋਰ ਕੀ ਹੈ? ਕਹਿੰਦੇ ਰਾਸ ਜੀਓ। ਰਾਸ ਕਿਹਨੂੰ ਕਹਿੰਦੇ ਆ? ਰਾਸ ਪੂੰਜੀ ਏਕ ਭਾਵ ਖਜ਼ਾਨਾ। ਮਨੁੱਖ ਨੇ ਆਪਣੇ ਜੀਵਨ ਵਿੱਚ ਦੁਨਿਆਵੀ ਪਦਾਰਥ ਤੇ ਆਪਣੀਆਂ ਸਿਫਤਾਂ ਦੇ ਪੁਲ ਬੰਨ ਲਏ, ਇਹਨੂੰ ਖਜ਼ਾਨਾ ਬਣਾ ਲਿਆ, ਨਾਮ ਦਾ ਖਜ਼ਾਨਾ ਤੇ ਰੱਖੀ ਕਦੇ ਨਹੀਂ। ਪਰਮਾਤਮਾ ਨੂੰ ਚੇਤੇ ਕਦੇ ਨਹੀਂ ਕੀਤਾ, ਉਹਦੀ ਬੰਦਗੀ ਨੂੰ ਯਾਦ ਹੀ ਨਹੀਂ ਕੀਤਾ। ਤੇ ਜਿਸ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ, ਰਿਜ਼ਕ ਦਿੱਤਾ, ਜੀਵਨ ਦਿੱਤਾ ਏ, ਉਹਨੂੰ ਤੇ ਯਾਦ ਕਰਨ ਵਾਸਤੇ ਧਾਰਮਿਕ ਥਾਂ ਤੇ ਜਾਣਾ ਪੈਂਦਾ। ਆਖੋ ਸਤਨਾਮ, ਜਿਹਨੇ ਸਭ ਕੁਝ ਦਿੱਤਾ ਏ, ਤੇ ਉਹਦੀਆਂ ਚੀਜ਼ਾਂ ਸਾਨੂੰ ਕਦੇ ਭੁੱਲਦੀਆਂ? ਮਹਿੰਗੀਆਂ ਚੀਜ਼ਾਂ ਸਾਡੇ ਘਰਾਂ 'ਚ ਨੇ, ਮਹਿੰਗੇ ਪਦਾਰਥ ਨੇ। ਦੱਸੋ ਜੀ ਕਦੇ ਕਿਸੇ ਨੇ ਆਪਣੀ 25 ਏਕੜ ਜ਼ਮੀਨ ਨੂੰ ਧੂਫ ਲਾ ਕੇ ਚੇਤੇ ਕੀਤਾ ਹੋਵੇ ਵੀ ਤੂੰ ਹੈ ਕਿੱਥੇ ਆ, ਤੇਰੀਆਂ ਫਰਦਾਂ ਕਿੱਥੇ ਨੇ? ਕੀਤਾ ਕਿਸੇ ਨੇ? ਕਦੇ ਕਿਸੇ ਨੇ ਆਪਣੀ ਕੋਠੀ ਨੂੰ ਚੇਤਾ ਕੀਤਾ ਹੋਵੇ ਬਹਿ ਕੇ ਧੂਫਾਂ ਲਾ ਕੇ ਯਾਦ ਹੀ ਰਹਿੰਦੀ ਫਲਾਣੇ ਸੈਕਟਰ 'ਚ ਹੈ? ਬੈਂਕ ਵਿੱਚ ਪਏ ਪੈਸੇ ਕਦੇ ਯਾਦ ਕਰਨੇ ਪੈਂਦੇ ਵੀ ਐਫਡੀ ਨੂੰ ਧੂਫ ਲਾਈ ਬੈਠਾ ਵੀ ਤੂੰ ਘਟ ਜਾ ਵੱਧ ਜਾ, ਇੰਨੇ ਹੋ ਜਾ, ਨਿਕਲ ਕੇ ਆ ਜਾ? ਨਹੀਂ, ਇੱਥੇ ਪਏ ਆ, ਇੱਥੇ ਦਿਲ 'ਚ ਇੰਨੇ ਆ, ਇੰਨਾ ਹਿਸਾਬ ਲੱਗ ਗਿਆ, ਇੰਨਾ ਵਿਆਜ ਲੱਗ ਜੂ, ਇੰਟਰਸਟ ਲੱਗ ਜੂ, ਫਲਾਣੇ ਥਾਂ ਪ੍ਰਾਪਰਟੀ ਵੇਚ ਦਿਆਂਗੇ, ਜਾਂਦਾ ਨਾ ਦਿਮਾਗ। ਪਰ ਰੱਬ ਨੂੰ ਚੇਤੇ ਕਰਨ ਵਾਸਤੇ, ਪਤੀ ਪਰਮਾਤਮਾ ਪਰਮੇਸ਼ਰ ਨੂੰ ਯਾਦ ਕਰਨ ਲਈ ਇਹਨੂੰ ਕਹਿਣਾ ਪੈਂਦਾ ਮੈਂ ਧਰਮ ਨੂੰ, ਰੱਬ ਨੂੰ ਚੇਤੇ ਕਰਦਾ ਪਰ ਮੇਰਾ ਮਨ ਨਹੀਂ ਲੱਗਦਾ। ਦੁਨਿਆਵੀ ਤੌਰ ਤੇ ਵਿਆਹ ਹੋਇਆ, ਅਜੇ ਤੇ 1 ਸਾਲ ਨਹੀਂ ਹੋਇਆ, ਪਤੀ ਦੇ ਕੋਲ ਬੈਠੀ ਪਤਨੀ ਆ ਕੇ ਤੁਸੀਂ ਮੈਨੂੰ ਮਾਸਾ ਚੰਗੇ ਨਹੀਂ ਲੱਗਦੇ, ਪਰ ਤੇਰੀਆਂ ਚੀਜ਼ਾਂ ਚੰਗੀਆਂ ਨੇ, ਤੇਰੀ ਘਰ ਵੀ ਵਧੀਆ, ਤੇਰਾ ਕੋਠੀ ਚੰਗੀ ਹੈ, ਗੱਡੀ ਵੀ ਸੋਹਣੀ ਹੈ, ਤੇਰੇ ਕੱਪੜੇ ਵੀ ਵਧੀਆ, ਤੈਨੂੰ ਪਹਿਨਣ ਖਾਣ ਦਾ ਸਭ ਕੁਝ ਵਧੀਆ ਏ, ਪਰ ਮੈਨੂੰ ਤੇਰੇ ਕੋਲ ਰਹਿਣਾ ਚੰਗਾ ਨਹੀਂ ਲੱਗਦਾ। ਤੁਸੀਂ ਦੱਸੋ ਪਤੀ ਖੁਸ਼ ਹੋਏਗਾ? ਰਿਸ਼ਤਾ ਲੰਬਾ ਚੱਲੂਗਾ? ਸਾਡੀ ਆ ਹਾਲਤ ਹੈ। ਰੱਬਾ ਤੇਰੀਆਂ ਦਿੱਤੀਆਂ ਦਾਤਾਂ ਬਹੁਤ ਚੰਗੀਆਂ ਨੇ, ਪਰ ਮੈਨੂੰ ਤੇਰੇ ਕੋਲ ਬਹਿਣਾ, ਤੇਰੇ ਕੋਲ ਰਹਿਣਾ, ਤੈਨੂੰ ਚੇਤੇ ਕਰਨਾ ਔਖਾ ਲੱਗਦਾ। ਆਖੋ ਸਤਨਾਮ। ਮਰਦ ਕਹਿੰਦੇ ਪੱਥਰ ਕੀਤੇ ਰਾਸ ਜਿਓ, ਮੈਂ ਜੱਗ ਦੇ ਪਦਾਰਥਾਂ ਨੂੰ ਆਪਣੀ ਪੂੰਜੀ ਬਣਾ ਲਿਆ,
ਆਪਣਾ ਗਹਿਣਾ ਬਣਾ ਲਿਆ। ਇਹਨਾਂ ਪਿੱਛੇ ਮੈਂ ਆਪਣੀ ਜ਼ਿੰਦਗੀ ਬਰਬਾਦ ਕੀਤੀ ਜੋ ਇੱਥੇ ਰਹਿ ਜਾਣੇ ਨੇ। ਹੋ ਇੰਨੀ ਟੋਲੀ ਭੁੱਲੀਅਸ, ਹਾਓ ਇੰਨੀ ਟੋਲੀ ਭੁੱਲੀਅਸ। ਕਹਿੰਦੇ ਆ ਚੀਜ਼ਾਂ ਨੂੰ ਟੋਲੀ ਕਹੀਏ, ਲੱਭਦਿਆਂ ਮੈਂ ਭੁੱਲ ਬੈਠੀ। ਪਰਮਾਤਮਾ ਨੂੰ ਭੁੱਲ ਗਈ। ਲੱਭਿਆ ਕੀ? ਦੌਲਤਾਂ, ਸ਼ੌਹਰਤਾਂ, ਜੱਗ ਦੇ ਪਦਾਰਥ। ਮੈਂ ਇੱਥੇ ਸੁਖੀ ਹੋ ਜਾ, ਆਹ ਚੀਜ਼ ਮਿਲ ਜੇ ਮੈਂ ਹੋਰ ਸੁਖੀ ਹੋ ਜਾਊਂਗਾ, ਮੈਨੂੰ ਆਹ ਗੱਡੀ ਮਿਲ ਜੇ, ਪੁਰਾਣੀ ਵਿਕ ਜੇ, ਮੈਂ ਹੋਰ ਸੁਖੀ ਹੋ ਜੂ। ਹੋਇਆ ਕਦੇ ਕੋਈ? ਨਹੀਂ। 4 ਦਿਨ ਖੁਸ਼ ਆ, ਫਿਰ ਦੁਖੀ ਹੈ, ਫਿਰ ਦੁਖੀ ਹੈ। ਮਰਦ ਕਹਿੰਦੇ ਮੈਂ ਬੜਾ ਲੱਭਿਆ, ਮੈਂ ਬੜਾ ਖੋਜਿਆ, ਪਤੀ ਪਰਮਾਤਮਾ ਨੂੰ ਤੇ ਚੇਤੇ ਨਾ ਕੀਤਾ। ਤੇਰੀਆਂ ਦਿੱਤੀਆਂ ਵਸਤੂਆਂ ਦੇ ਸੁੱਖ ਵੇਖ ਕੇ ਦਿੱਤੇ ਪਰਫਿਊਮ ਲਾਏ, ਦਿੱਤੇ ਗਹਿਣੇ ਪਾਏ, ਤੇਰੇ ਬੜੇ ਸੋਹਣੇ ਲੱਗਦੇ ਕੱਪੜੇ ਪਾਏ ਹੋਏ, ਪਰ ਤੇਰਾ ਖਿਆਲ ਮੈਨੂੰ ਆਇਆ ਹੀ ਕਦੇ ਨਹੀਂ। ਇੱਕ ਸੁਭਾਵਿਕ ਤੌਰ ਤੇ ਇੱਕ ਪਤਨੀ ਨੂੰ ਚੀਜ਼ਾਂ ਤੇ ਚੰਗੀਆਂ ਲੱਗਦੀਆਂ, ਪਰ ਪਤੀ ਚੰਗਾ ਨਹੀਂ ਲੱਗਦਾ। ਕਲੇਸ਼ ਹੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਦੀਆਂ ਦਿੱਤੀਆਂ ਚੀਜ਼ਾਂ ਤਾਂ ਸਾਰੀਆਂ ਚੰਗੀਆਂ ਲੱਗਦੀਆਂ। ਕਹਿੰਦੇ ਮੈਂ ਇਹਨਾਂ 'ਚ ਭੁੱਲ ਗਈਆਂ, ਕਿਹਦੇ ਵਿੱਚ? ਸੋਨਾ ਚਾਂਦੀ ਰੰਗਲਾ, ਪੱਥਰ ਕੀਤੇ ਵਾਸ ਜੀਓ। ਆ ਸੋਹਣੇ ਮਹਿਲ ਮਨਾਰਿਆਂ ਨੂੰ ਵੇਖ ਰੱਬ ਹੀ ਭੁੱਲ ਗਿਆ। ਮੈਂ ਕੁਚੱਜੀ ਕਿਉਂ ਆ? ਕਿਉਂਕਿ ਮੈਂ ਆਪਣੇ ਕੰਤ ਪਰਮੇਸ਼ਰ ਵਾਹਿਗੁਰੂ ਦੇ ਕਦੇ ਪਾਸ ਨਹੀਂ ਬੈਠੀ। ਜੇ ਕੋਲ ਬਹਿੰਦੀ ਤੇ ਹੁਕਮ ਮੰਨਦੀ, ਕੋਲ ਬਹਿੰਦੀ ਬਚਨ ਬਲਾਸ ਕਰਦੀ। ਸਿੱਖ ਕਦੇ ਗੁਰੂ ਕੋਲ ਬੈਠਾ ਹੀ ਨਹੀਂ। ਸਿੱਖ ਕੋਲ ਸਮਾਂ ਹੀ ਨਹੀਂ ਗੁਰੂ ਕੋਲ ਬਹਿਣ ਦਾ। ਪਰ ਗੁਰੂ ਵਾਲਾ ਬਣਿਆ, ਲੋਕਾਂ ਨੂੰ ਦੂਰੋਂ ਦਿਸਦਾ, ਗੁਰਦੁਆਰੇ ਚੱਲਿਆ, ਇਹ ਭਗਤੀ ਕਰਦਾ, ਇਹ ਸੇਵਾ ਕਰਦਾ, ਖੁਸ਼ ਹੈ ਸੁਣ ਕੇ। ਪਰ ਕਦੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਨਹੀਂ ਬੈਠਾ, ਕਦੇ ਗੁਰੂ ਦੀ ਹਜ਼ੂਰੀ ਨਹੀਂ ਬੈਠਾ, ਕਦੇ ਸਿਮਰਨ ਨਹੀਂ ਕੀਤਾ। ਮਰਦ ਕਹਿੰਦੇ ਮੈਂ ਭੁੱਲ ਚੁੱਕੀ ਆ ਤੈਨੂੰ, ਕਿਉਂਕਿ ਤੇਰੇ ਕੋਲ ਨਹੀਂ ਬੈਠੀ ਕਦੇ। ਅੰਤਰੀਬ ਭਾਵ ਹੈ ਅਸੀਂ ਸਰੀਰਾਂ ਕਰਕੇ ਜਿੰਨੇ ਮਨੁੱਖ ਹਾਂ ਸਭ ਔਰਤਾਂ ਹਾਂ, ਪਰਮਾਤਮਾ ਦੀਆਂ। ਪਤੀ ਪਰਮੇਸ਼ਰ ਹੈ, ਉਹਦੇ ਤਾਈਂ ਉਲਾਂਬਾ ਹੈ। ਅੰਬਰ ਕੂੰਜਾਂ ਕੁਰਲੀਆਂ। ਹੁਣ ਸਾਡੀ ਹਾਲਤ ਕੀ ਹੈ? ਕਹਿੰਦੇ ਅੰਬਰ ਕੂੰਜਾਂ ਕੁਰਲੀਆਂ। ਅੰਬਰ ਦੇ ਆਕਾਸ਼ ਵਿੱਚ ਕੂੰਜਾਂ ਉੜਦੀਆਂ ਨੇ, ਜਿਹੜੀਆਂ ਪੰਛੀ ਆ ਕੂੰਜ ਇੱਕ। ਮਰਦ ਲਿਖਦੇ ਆ ਨਾ, ਊਡਾ ਊੜਾ ਵੈਸੇ ਕੋਸਾ ਤਿਸ ਪਾਛੇ ਬਚਰੇ ਛੜਿਆ। ਕਹਿੰਦੇ ਕੁਰਲੀਆਂ, ਉਹ ਕੁਰਲ ਕੁਰਲ ਕਰਦੀਆਂ ਜਾਂਦੀਆਂ ਨੇ। ਪੰਛੀ ਉਡਾਰੀਆਂ ਜਾਂਦੇ, ਕਾਂ 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 ਕਰਦੇ ਜਾਂਦੇ ਆ। ਕਬੂਤਰ ਆਪਣੀ ਬੋਲੀ ਬੋਲਦੇ ਜਾਂਦੇ ਆ। ਕਹਿੰਦੇ ਮੈਂ ਵੀ ਉਹਨਾਂ ਵਾਂਗ ਕੁਰਲਾਉਂਦੀ ਫਿਰਦੀ ਆ। ਹਾਏ ਮੇਰਾ ਰੱਬ ਨਹੀਂ ਮੇਰੀ ਸੁਣਨ ਦਾ, ਮੇਰਾ ਵਾਹਿਗੁਰੂ ਮੈਨੂੰ ਕਦੋਂ ਮਿਲੂਗਾ? ਜਿਹਨੂੰ ਮਰਜ਼ੀ ਵੇਖ ਲਓ, ਕਦੇ ਜੁੜੀ ਹੋਈ ਰੂਹ ਕਹੂਗੀ ਵੀ ਰੱਬਾ ਮੈਨੂੰ ਬਖਸ਼ ਲੈ, ਮੈਨੂੰ ਲੈ ਜਾ, ਮੇਰਾ ਖਹਿੜਾ ਛਡਾ ਦੇ, ਤੂੰ ਮੈਨੂੰ ਚੇਤੇ ਕਿਉਂ ਨਹੀਂ ਆਉਂਦਾ, ਮੈਂ ਤੇਰੇ ਨਾਲ ਜੁੜੂ ਕਦੋਂ? ਇਹ ਉਹੀ ਕਰਦਾ ਜਿਹੜਾ ਟੁੱਟਿਆ ਹੋਇਆ ਕਰਲਾਉਂਦਾ ਫਿਰਦਾ ਕੂੰਜਾਂ ਦੇ ਵਾਂਗ। ਮਰਦ ਕਹਿੰਦੇ ਅੰਬਰ ਆਕਾਸ਼ ਵਿੱਚ ਕੂੰਜਾਂ ਕਦੇ ਸ਼ਾਂਤ ਹੋ ਕੇ ਨਹੀਂ ਚੱਲਦੀਆਂ, ਉਹ ਕੁਰਲਾਉਂਦੀਆਂ ਹਨ। ਬੱਗ ਬੈਠੇ ਆਏ ਜੀਓ। ਫਿਰ ਅਗਲਾ ਪ੍ਰਮਾਣ ਦਿੱਤਾ, ਬੱਗ ਬੈਠੇ ਆਏ ਜੀਓ। ਕਹਿੰਦੇ ਕੂੰਜਾਂ ਉੜਦੀਆਂ ਫਿਰਦੀਆਂ, ਬਗਲੇ ਇਕੱਠੇ ਬੈਠੇ ਆ। ਹੁਣ ਬਗਲੇ ਦਾ ਭਾਵ ਕੀ ਆ? ਇੱਥੇ ਅਰਥ ਬੜੇ ਗਹਿਰੇ ਮਰਦ ਕਰਦੇ ਆ। ਬਗਲਾ ਇਹ ਚਿੱਟੇ ਰੰਗ ਦਾ ਬੜਾ ਸੋਹਣਾ ਹੰਸ ਵਰਗਾ ਲੱਗਦਾ ਹੈ, ਪਰ ਕਹਿੰਦੇ ਇਕੱਠੇ ਬਹਿ ਕੇ ਵੀ ਇੱਕ ਦੂਜੇ ਦਾ ਸ਼ਿਕਾਰ ਕਰਦੇ ਆ ਵੀ ਇਹ ਮਛਲੀ ਮੇਰੀ, ਇਹ ਡੱਡੂ ਮੇਰਾ। ਅਸੀਂ ਬਗਲਿਆਂ ਦੇ ਵਾਂਗ ਇਕੱਠੇ ਬਹਿ ਗਏ, ਪਰ ਉਸ ਪਰਮਾਤਮਾ ਨੂੰ ਚੇਤੇ ਕਦੇ ਨਹੀਂ ਕੀਤਾ। ਸੰਗਤ ਵਿੱਚ ਬਹਿ ਕੇ ਵੀ ਕੂੰਜਾਂ ਵਾਂਗੂ ਕੁਰਲ ਕੁਰਲ ਕਰਦੇ ਰਹੇ। ਕੌਣ ਕੀ ਕਰਕੇ ਆਇਆ, ਕਿਹਨੇ ਕੀ ਕਰਨਾ ਏ, ਕੌਣ ਕਿਹੜਾ ਆਇਆ ਕਿਹੜਾ ਨਹੀਂ ਆਇਆ। ਬਿਰਤੀ ਇੱਥੇ ਆ ਨਾ। ਕਹਿੰਦੇ ਪਤੀ ਦੇ ਕੋਲ ਬਹਿ ਕੇ ਉਹਦੀਆਂ ਪਤਨੀਆਂ ਉਹਦੇ ਵੱਲ ਧਿਆਨ ਹੀ ਨਹੀਂ ਕਰਦੀਆਂ। ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਗੁਰੂ ਘਰ ਵਿੱਚ ਬੈਠ ਕੇ ਉਹਦੇ ਸਿੱਖ ਉਹਨੂੰ ਚੇਤੇ ਨਹੀਂ ਕਰਦੇ। ਕਹਿੰਦੇ ਕੁਰਲ ਕੁਰਲ ਕੂੰਜਾਂ ਵਾਂਗੂ ਕਰਦੇ ਆ, ਬਗਲਿਆਂ ਵਾਂਗੂ ਇਕੱਠੇ ਹੋਏ ਆ। ਕਹਿੰਦੇ ਹੁਣ ਆਪ ਦੱਸੋ ਵੀ ਉਹ ਚਿੱਟੇ ਕੱਪੜਿਆਂ ਨੇ, ਚਿੱਟੇ ਬਗਲਿਆਂ ਨੇ ਕਿਹੜੀ ਖੁਸ਼ੀ ਦੇਣੀ ਹੈ? ਲਿਬਾਸ ਤੇ ਪਾਇਆ ਹੈ, ਕੱਪੜੇ ਸਾਡੇ ਚਿੱਟੇ ਆ। ਬਾਣੀ ਨੇ ਵੀ ਕਹਿਤਾ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਕਹਿੰਦੇ ਜਿਨ੍ਹਾਂ ਦੇ ਚਿੱਤ ਕਠੋਰ ਨੇ, ਪਾਪੀ ਨੇ, ਉਹ ਚਿੱਟੇ ਕੱਪੜੇ ਪਾ ਪਾ ਕੇ ਰਹਿੰਦੇ ਆ। ਸਵੱਛ ਲੱਗਦੇ ਪਰ ਮਨ ਕਾਲਾ, ਮਨ ਪਾਪੀ ਹੈ, ਮਨ ਮੈਲਾ ਹੈ। ਬੱਗ ਬੈਠੇ ਆਏ ਜੀਓ। ਕਹਿੰਦੇ ਬਗਲਿਆਂ ਦੇ ਵਾਂਗ ਉਹ ਇਕੱਠੇ ਬੈਠਦੇ ਨੇ। ਸਹ ਧਨ ਚੱਲੀ ਸਹੁਰੇ, ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਮਰਦ ਕਹਿੰਦੇ ਭਾਈ ਸਾਹ ਧਨ ਚੱਲੀ ਸਹੁਰੇ, ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਸਾਹ ਦਾ ਨਾਮ ਹੈ ਔਰਤ ਦਾ। ਕਹਿੰਦੇ ਸਹੁਰੇ ਚੱਲੀਏ। ਸਹੁਰੇ ਕਿਹੜੇ ਆ? ਆ ਸਾਡਾ ਪੇਕਾ ਘਰ ਹੈ, ਮਾਤ ਲੋਕ। ਮਾਂ ਦਾ ਘਰ ਕੀ ਹੁੰਦਾ ਜੀ?
ਮਾਇਕੇ ਪਿਓ ਦਾ ਘਰ ਪੇਕਾ ਘਰ ਇਹੀ ਆ ਨਾ। ਜਿਸ ਘਰ ਵਿੱਚ ਜਾਣਾ ਹੈ ਪੱਕੇ ਤੌਰ ਤੇ ਉਹ ਕਿਹੜਾ ਏ? ਸਹੁਰਾ ਘਰ। ਫਿਰ ਬਾਣੀ ਕੀ ਲਿਖਦੀ ਹੈ? ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਕਹਿੰਦੇ ਕਾਦੀ ਚਿੰਤਾ ਕਰਦਾ, ਮੁਕਲਾਵੇ ਸਭ ਦੇ ਆਉਣਗੇ, ਸਹੁਰਿਆਂ ਸਭ ਨੂੰ ਜਾਣਾ ਏ। ਕਹਿੰਦੇ ਮੈਂ ਕਦੇ ਸੋਚਿਆ ਹੀ ਨਹੀਂ ਮੈਂ ਸਹੁਰੇ ਜਾਣਾ ਹੈ। ਮਾਂ ਕੋਲ ਹੀ ਬੈਠੀ ਰਹੀ, ਵਿਆਹ ਕਰਾ ਕੇ ਲੜਕੀ ਮਾਂ ਕੋਲ ਬੈਠੇ, ਪਤੀ ਕੋਲ ਜਾਏ ਨਾ, ਬੁਲਾਏ ਨਾ, ਸੱਸ ਸਹੁਰੇ ਨਾਲ ਗੱਲਾਂ ਨਾ ਕਰੇ, ਕੀ ਉਹ ਸਹੁਰਿਆਂ ਦੀ ਹੋ ਸਕਦੀ ਹੈ? ਨਾ ਮੈਂ ਪੇਕਿਆਂ ਦੀ ਹੋਈ, ਨਾ ਮੈਂ ਸਹੁਰਿਆਂ ਨੇ ਰੱਖੀ। ਉਹ ਹਾਲਤ ਆ ਨਾ ਫਿਰ। ਕਿਉਂ? ਕਿਉਂਕਿ ਉਸ ਪਾਸੇ ਜੁੜੀ ਹੈ। ਇੱਥੇ ਫਿਰ ਇਸ ਮਾਤ ਲੋਕ 'ਚ ਮਾਂ ਕਿਹੜੀ ਹੈ? ਮਾਇਆ। ਜਿਸ ਮਾਇਆ ਮਾਂ ਦੀ ਗੋਦ ਵਿੱਚ ਬੈਠੀ ਹੈ ਜੀਵ ਰੂਪ ਇਸਤਰੀ। ਕਹਿੰਦੇ ਸਾਹ ਧਨ ਚੱਲੀ ਸਹੁਰੇ, ਇੱਕ ਨਾ ਇੱਕ ਦਿਨ ਜਾਣਾ ਸੀ ਸਹੁਰੇ, ਪਰ ਕਹਿੰਦੇ ਸਹੁਰੇ ਜਾ ਕੇ ਚਿੱਤ ਨਹੀਂ ਲੱਗਦਾ, ਕਿਉਂਕਿ ਹੁਣ ਮਾਂ ਚੇਤੇ ਆਉਂਦੀ ਹੈ, ਮਾਇਆ ਚੇਤੇ ਆਉਂਦੀ ਹੈ। ਪਤੀ ਨਾਲ ਤੇ ਪਿਆਰ ਹੀ ਨਹੀਂ ਸੀ, ਸੱਜਣ ਵਾਹਿਗੁਰੂ ਨਾਲ ਤੇ ਪਿਆਰ ਹੈ ਹੀ ਨਹੀਂ। ਇੱਥੇ ਵੀ ਮਾਇਆ ਮਾਇਆ ਨੋਟ ਗਿਣਦੇ ਰਹਿੰਦੇ ਆ ਸਾਰਾ ਦਿਨ, ਆਹ ਲੈ ਲਈਏ, ਆਹ ਖਰੀਦ ਲਈਏ, ਉੱਥੇ ਚੱਲ ਜਾਈਏ, ਬੱਚੇ ਇੱਥੇ ਭੇਜ ਦਈਏ, ਉੱਥੋਂ ਇੱਥੇ ਲੈ ਆਈਏ, ਮਾਇਆ 'ਚ ਪ੍ਰਮਤਾ। ਕਹਿੰਦੇ ਜਿੱਦਣ ਸਹੁਰੇ ਜਾਏਗਾ ਉਦਣ ਦੁਖੀ ਹੋਏਗੀ, ਕਿਉਂਕਿ ਮਾਂ ਦੀਆਂ ਗੱਲਾਂ ਕੋਲ ਹੋਣਗੀਆਂ, ਪਤੀ ਨਾਲ ਬਣਨੀ ਨਹੀਂ। ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਟੜੀ ਆਸ ਜਿਓ। ਸਾਹਿਬ ਕਹਿੰਦੇ ਹੋਣਾ ਕੀ ਹੈ? ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਟੜੀ ਆਸ ਜਿਓ। ਕਹਿੰਦੀ ਮੈਂ ਤੇ ਸੁੱਤੀ ਸੁੱਤੀ ਨਾ ਭੁੱਲ ਗਈ ਉਸ ਪਰਮਾਤਮਾ ਨੂੰ। ਲੰਬੀ ਉਮਰ ਸੀ, ਲੰਘ ਗਈ, ਪੇਕੇ ਘਰ ਹੀ ਲੰਘ ਗਈ ਉਮਰ। ਹੁਣ ਜੇ ਕੋਈ ਆਖੇ ਵੀ ਧੀ 60 ਸਾਲਾਂ ਦੀ ਹੋ ਗਈ, ਹੁਣ ਵਿਆਹ ਕਰ ਦਈਏ, ਕਹਿੰਦੇ ਨਹੀਂ, ਹੁਣ ਕਿਸੇ ਕੰਮ ਨਹੀਂ ਹੈ, ਕਿਉਂਕਿ ਨਾ ਤੈਨੂੰ ਕਿਸੇ ਨੇ ਰੱਖਣਾ ਤੇ ਨਾ ਤੂੰ ਕਿਸੇ ਦਾ ਹੋਣਾ। ਬਣਾਉਣਾ ਕਿਹਨੇ ਹੈ ਤੇ? ਗੁਰੂ ਸਾਹਿਬ ਕਹਿੰਦੇ ਮੈਂ ਸੁੱਤੀ ਪਈ ਰਹੀ, ਮੈਂ ਕਦੇ ਕੰਤ ਪਤੀ ਪਰਮਾਤਮਾ ਨੂੰ ਚੇਤੇ ਕਰਿਆ ਹੀ ਨਹੀਂ। ਮੰਗ ਵੀ ਲਿਆ ਉਹਨੇ, ਉਹਦੀ ਹੋ ਵੀ ਗਈ, ਕਿਉਂਕਿ ਅਸੀਂ ਜਿੰਨੇ ਆ ਸਾਰੇ ਹੈ ਤੇ ਰੱਬ ਦੇ ਹੀ ਆ ਨਾ। ਰੱਬ ਤੋਂ ਬਾਹਰ ਦੱਸੋ ਕੌਣ ਹੈ? ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਕਿਉਂਕਿ ਉਸ ਪਰਮਾਤਮਾ ਨੇ ਸਾਨੂੰ ਬੀਜ ਦੇ ਕੇ ਭੇਜਿਆ, ਬੀਜੀ ਜਾ, ਖਾਈ ਜਾ, ਵੱਡੀ ਜਾ, ਆਉਣਾ ਤੇ ਮੇਰੇ ਕੋਲ ਹੀ ਹੈ। ਕਹਿੰਦੇ ਸੁੱਤੀ ਸੁੱਤੀ ਝਾਲ ਥੀਆ, ਮੈਂ ਸੌਂ ਸੌਂ ਕੇ ਰਾਤ ਗੁਜ਼ਾਰੀ, ਪਤੀ ਮੇਰਾ ਬੈਠਾ ਰਿਹਾ ਪਰਮਾਤਮਾ, ਨਾ ਅੰਮ੍ਰਿਤ ਵੇਲਾ ਸੰਭਿਆ, ਨਾ ਬੰਦਗੀ ਕੀਤੀ। ਕਹਿੰਦੇ ਦੱਸੋ ਫਿਰ ਉਹ ਸੱਜਣ ਦੀ ਖੁਸ਼ੀ ਮਿਲੂਗੀ ਕਿਵੇਂ? ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਸੁੱਖਾਂ ਵਾਲੀ ਹੋਵੇਗੀ ਕਿਵੇਂ? ਤੈ ਸਹਿ ਨਾਲੋਂ ਮੁਤੀਅਸ, ਦੁੱਖਾਂ ਕੋ ਤਰਿਆਸ ਜਿਓ। ਤੈ ਸਹਿ ਨਾਲ ਨਾ ਮੁਤੀਅਸ, ਦੁੱਖਾਂ ਤੂੰ ਤਰਿਆਸ ਜਿਓ। ਮੁਤੀਅਸ ਨਾਮ ਹੈ ਵਿਛੋੜੇ ਦਾ। ਕਹਿੰਦੀ ਮੈਂ ਬੈਠੀ ਉਡੀਕਦੀ ਰਹੀ, ਇੱਕ ਦਿਨ ਪਤੀ ਲੈਣ ਆਊਗਾ, ਲੈਣ ਹੀ ਨਹੀਂ ਆਇਆ, ਵਿਛੜ ਗਈ। ਹੁਣ ਆਸਾਂ ਕਿਹਦੇ ਤੇ ਰੱਖਾਂ ਮੈਂ, ਦੁਖੀ ਚਾਰੇ ਪਾਸੇ ਤੋਂ ਆ। ਰੰਗਲਾ ਸੱਜਣ ਛੱਡ ਦਿੱਤਾ, ਕਿਹਦੇ ਕੋਲ ਜਾਵਾਂ, ਕਿਹਦੇ ਕੋਲ ਦੁੱਖ ਵੰਡਾਵਾਂ? ਜਿਸ ਪਰਮਾਤਮਾ ਨੇ ਜਨਮ ਦੇ ਕੇ ਭੇਜਿਆ, ਜਿਹਨੇ ਲਾਜ ਰੱਖਣੀ ਸੀ, ਜਿਹਨੇ ਭਗਤੀ ਕਰਨ ਲਈ ਭੇਜਿਆ, ਉਹਨੂੰ ਛੱਡ ਕੇ ਨਾ ਮੈਂ 3600 ਖਸਮ ਬਣਾ ਲਏ। ਕਦੇ ਪੀਰ ਬਾਬਾ, ਕਦੇ ਕੋਈ, ਕਦੇ ਕੋਈ, ਕਦੇ ਕੋਈ। ਜਿੱਥੇ ਕਿਸੇ ਨੇ ਆਖਿਆ ਮੱਥਾ ਟੇਕਿਆ, ਰੱਬ ਬਣਾ ਕੇ ਬਹਿ ਗਈ। ਆ ਜੀਵ ਰੂਪ ਔਰਤ। ਕਹਿੰਦੇ ਪਤੀ ਪਰਮਾਤਮਾ ਨੂੰ ਤੇ ਚੇਤੇ ਕੀਤਾ ਹੀ ਨਾ। ਮਰਦ ਕਹਿੰਦੇ ਹੁਣ ਦੁਖੀ ਹੈ, ਆਸਾਂ ਕਿੱਥੇ ਰੱਖੇ, ਧਰਵਾਸਾ ਕਿੱਥੇ ਰੱਖੇ? ਹੁਣ ਸੁਹਾਗਣਾ ਨੂੰ ਵੇਖ ਵੇਖ, ਚੂੜੇ ਵੇਖ ਵੇਖ ਛੱਲ ਪੈਂਦੇ ਆ। ਦੁਨਿਆਵੀ ਤੌਰ ਤੇ ਜਿਸ ਔਰਤ ਦੀ ਆਪਣੇ ਪਤੀ ਨਾਲ ਨਾ ਬਣੇ, ਵਿਆਹ ਹੋਏ ਨੂੰ ਸਾਲ 2 ਸਾਲ ਹੋਏ, ਪਰ ਜਦੋਂ ਕਿਸੇ ਨੂੰ ਵੇਖਦੀ ਹੱਸਦੇ ਖੇਡਦੇ ਵੀ ਆਹ ਪਤੀ ਪਤਨੀ ਕਿੰਨੇ ਚੰਗੇ ਆ, ਕਿੰਨੇ ਖੁਸ਼ ਨੇ, ਮੇਰੇ ਵਾਲਾ ਸੜਿਆ ਰਹਿੰਦਾ, ਬੋਲਦਾ ਹੀ ਨਹੀਂ ਚੱਜ ਨਾਲ, ਇਹ ਤੇ ਖੁਸ਼ ਬੜੇ ਆ। ਕਹਿੰਦੇ ਫਿਰ ਉਹ ਨਾ ਆਪਣੇ ਪਤੀ ਨੂੰ ਹੋਰ ਮਾੜਾ ਸਮਝਦੀ ਹੈ, ਬੁਰਾ ਜਾਣਦੀ ਹੈ, ਤੇ ਦੂਜੇ ਦਾ ਪਤੀ ਉਹਨੂੰ ਚੰਗਾ ਲੱਗਦਾ ਹੈ। ਪਰ ਇਹ ਭੁਲੇਖੇ 'ਚ ਵੀ ਸ਼ਾਇਦ ਉਹ ਮੇਰੇ ਵਰਗੀ ਹੈ ਤਾਂ ਸੁਖੀ ਹੈ, ਪਰ ਇਹ ਨਹੀਂ ਜਾਣਦੀ ਉਹਨੇ ਆਪਾ ਸੌਂਪਿਆ ਹੋਇਆ ਆਪਣਾ ਸਭ ਕੁਝ, ਮਾਂ ਬਾਪ ਛੱਡ ਦਿੱਤੇ, ਪਤੀ ਵਾਲੀ ਹੋ ਗਈ। ਜਿਨ੍ਹਾਂ ਸਖੀਆਂ ਨੇ ਪ੍ਰਭੂ ਪਰਮਾਤਮਾ ਨੂੰ ਪਾਲਿਆ, ਉਹਨਾਂ ਆਸਾਂ ਛੱਡ ਦਿੱਤੀਆਂ, ਤੇਰੀ ਭਗਤੀ ਕਿੰਨੀ, ਉਹਦੀ ਕਿੰਨੀ, ਤੇਰੇ ਕਰਮ ਕਿਹੜੇ? ਉਹ ਕਹਿੰਦੇ ਨਹੀਂ ਭਾਈ, ਜਿਨ੍ਹਾਂ ਨੇ ਜਿਹੋ ਜਿਹੇ ਕਰਮ ਕਰਨੇ ਉਹੋ ਜਿਹੇ ਭੁਗਤੀ ਜਾਣੇ ਆ। ਮਰਦ ਲਿਖਦੇ ਆ ਨਾ ਭਾਈ, ਇਹ ਤੇਰੇ ਆਪਣੇ ਕਰਮਾਂ ਦੀ ਗੱਲ ਹੈ, ਕਿ ਨੇੜੇ ਕਿ ਦੂਰ। ਕਿਸੇ ਨੇ ਅੱਜ ਭੁਗਤ ਲੈਣੇ, ਕਿਸੇ ਨੇ ਕੱਲ ਭੁਗਤ ਲੈਣੇ, ਤੇ ਰੱਬ ਦਾ ਤੇ ਧਰਮ ਰਾਜ ਦਾ ਕੰਮ ਸੀ ਔਗਣ ਵੇਖਣਾ।
ਪਰ ਮਨੁੱਖ ਦੇ ਗੁਨਾਹ ਵੇਖਣ ਲੱਗ ਗਿਆ, ਔਗਣ ਵੇਖਣ ਲੱਗ ਗਿਆ। ਕਹਿੰਦੇ ਮੈਂ ਇਸ ਮਾਇਆ ਦੇ ਮੋਹ ਵਿੱਚ ਸੁੱਤੀ ਰਹੀ ਆਪਣੀ ਮਾਂ ਦੇ ਕੋਲੇ, ਪਤੀ ਪਰਮਾਤਮਾ ਦਾ ਧਿਆਨ ਨਾ ਰੱਖਿਆ ਤੇ ਜਿਹੜੀਆਂ ਜੁੜੀਆਂ ਸੀ ਉਹਨਾਂ ਦੀ ਵੈਰੀ ਬਣ ਗਈ। ਮੈਨੂੰ ਉਹ ਵੀ ਚੰਗੀਆਂ ਨਾ ਲੱਗੀਆਂ ਕਿਉਂਕਿ ਮੈਂ ਆਪਣੇ ਆਪ ਤੋਂ ਖੁਸ਼ ਨਹੀਂ ਹਾਂ, ਮੈਂ ਆਪਣੇ ਆਪ ਤੋਂ ਦੁਖੀ ਹਾਂ। ਤੁਧ ਗੁਣ ਮੈਂ ਸਭ ਅਵਗਣਾ, ਇਕ ਨਾਨਕ ਕੀ ਅਰਦਾਸ ਜਿਉ। ਪਰ ਸ਼ਬਦ ਦੀ ਸਮਾਪਤੀ ਚ ਮਰਦ ਕਹਿੰਦੇ ਆ ਤੁਧ ਗੁਣ ਮੈਂ ਅਵਗੁਣਾ, ਇੱਕ ਨਾਨਕ ਕੀ ਅਰਦਾਸ ਜੀਓ। ਰੱਬਾ ਹੁਣ ਸਮਝ ਆਈ ਪਰਮਾਤਮਾ ਪਤੀ ਜੀਓ, ਤੇਰੇ ਵਿੱਚ ਸਾਰੇ ਗੁਣ ਸੀ, ਔਗਣ ਹੀ ਮੇਰੇ ਵਿੱਚ ਸੀ। ਆਖੋ ਸਤਨਾਮ। ਮੈਂ ਔਗਣਾ ਕਰਕੇ ਤੈਥੋਂ ਦੂਰ ਰਹੀ, ਔਗਣਾ ਕਰਕੇ ਤੈਨੂੰ ਕਦੇ ਚਿਤਾਰਿਆ ਨਹੀਂ। ਮੈਨੂੰ ਹੱਸਦੀਆਂ ਖੇਡਦੀਆਂ ਵੀ ਚੰਗੀਆਂ ਨਹੀਂ ਸੀ ਲੱਗਦੀਆਂ ਕਿਉਂਕਿ ਮੈਂ ਆਪਣੇ ਗੁਨਾਹਾਂ ਤੇ ਪਰਦਾ ਪਾ ਕੇ ਰੱਖਿਆ ਤੇ ਤੈਨੂੰ ਗੁਨਾਹਗਾਰ ਮੰਨਿਆ। ਦੁਨੀਆ 'ਚ ਵੀ ਕਹਿੰਦੀ ਕੋਈ ਨੁਕਸਾਨ ਹੋ ਜੇ ਰੱਬ ਨੇ ਕੀਤਾ, ਰੱਬ ਨੇ ਸਾਡਾ ਮਾੜਾ ਕਰਤਾ, ਪਰ ਕਹਿੰਦੇ ਸਮਝ ਤੇ ਅੱਜ ਆਈ ਹੈ ਵੀ ਮੇਰੇ 'ਚ ਔਗਣ ਇੰਨੇ ਸੀ, ਮੈਂ ਔਗਣਾਂ ਦੀ ਭਰੀ ਸੀ। ਪਰ ਪਤਾ ਹੁਣ ਲੱਗਾ ਜਦੋਂ ਵਕਤ ਲੰਘ ਗਿਆ, ਉਮਰ ਲੰਘ ਗਈ, ਵਿਛੋੜੇ ਦਾ ਸਮਾਂ ਆ ਗਿਆ, ਸਰੀਰ ਵੀ ਛੱਡ ਕੇ ਤੁਰ ਜਾਣਾ ਏ। ਕਹਿੰਦੇ ਨਾਨਕ ਕੀ ਅਰਦਾਸ ਜੀਓ, ਉਹ ਪਿਆਰੇ ਸੱਜਣਾ ਅਜੇ ਵੀ ਬਖਸ਼ ਲੈ, ਅਜੇ ਵੀ ਵਕਤ ਹੈ, ਮੈਨੂੰ ਆਪਣੀ ਬਣਾ ਲੈ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜਿਉ। ਅੱਜ ਮੈਨੂੰ ਸਮਝ ਆਈ ਸਭ ਰਾਤੀ ਸੁਹਾਗਣੀ। ਕਹਿੰਦੇ ਸੁਹਾਗਣਾ ਆਪਣੇ ਪਤੀ ਪਰਮਾਤਮਾ ਦੇ ਨਾਲ ਰਾਤ ਬਤੀਤ ਕਰਦੀਆਂ ਨੇ, ਹਿਰਦੇ ਦੀ ਰਾਤ ਉਹਦੇ ਪਿਆਰ 'ਚ ਭਿੱਜੀਆਂ। ਮੈਂ ਦੁਹਾਗਣ ਕਾਈ ਰਾਤ ਜੀਓ, ਆ ਜ਼ਿੰਦਗੀ ਦੀ ਰਾਤ ਸੀ ਜੀਵਨ ਦੀ। ਕਹਿੰਦੇ ਮੈਂ ਦੁਹਾਗਣ, ਮੈਂ ਕੁਚੱਜੀ ਮਾਇਆ ਦੇ ਪਦਾਰਥਾਂ 'ਚ ਭੱਜੀ ਫਿਰਦੀ ਰਹੀ। ਰੱਬਾ ਤੈਨੂੰ ਯਾਦ ਹੀ ਨਹੀਂ ਕੀਤਾ, ਕਦੇ ਤੇਰੇ ਸੰਗ ਸਮਾਂ ਹੀ ਨਹੀਂ ਬਿਤਾਇਆ। ਜੀਵਨ ਸਾਡੀ ਰਾਤ ਹੈ, ਜਨਮ ਤੋਂ ਲੈ ਕੇ ਮੌਤ ਤੱਕ ਅਸੀਂ ਇੱਕ ਰਾਤ ਕੱਟ ਰਹੇ ਹਾਂ। ਜਿੱਦਣ ਸਵੇਰਾ ਹੋ ਗਿਆ ਨਾ, ਉਦਣ ਚਾਰ ਨੇ ਮੋਢੇ ਤੇ ਚੁੱਕਿਆ ਹੋਣਾ ਹੈ, ਤੇ ਜਦੋਂ ਅੱਖ ਖੁੱਲਣੀ ਹੈ ਉਸ ਲੋਕ ਵਿੱਚ ਹੋਵਾਂਗੇ, ਪਰਲੋਕ ਵਿੱਚ ਹੋਵਾਂਗੇ। ਕਹਿੰਦੇ ਮੈਂ ਦੁਹਾਗਣ ਕਾਈ ਰਾਤ ਜੀਓ, ਮੈਂ ਔਗਣਾ ਦੀ ਭਰੀ ਹੋਈ ਨੇ ਜ਼ਿੰਦਗੀ ਦੀ ਰਾਤ ਗੁਜ਼ਾਰ ਲਈ। ਗੁਜ਼ਾਰੀ ਕਿਹਦੇ ਸੰਗ? ਗਹਿਣਿਆਂ ਨਾਲ, ਪਦਾਰਥਾਂ ਨਾਲ, ਵਿਕਾਰਾਂ ਨਾਲ। ਗੁਜ਼ਾਰਨੀ ਤਾਂ ਸੀ ਜ਼ਿੰਦਗੀ ਦੀ ਰਾਤ ਪਤੀ ਪਰਮਾਤਮਾ ਨਾਲ, ਪਰਮੇਸ਼ਰ ਦੇ ਨਾਲ। ਪਰ ਕਹਿੰਦੇ ਅੱਜ ਅਫਸੋਸ ਹੁੰਦਾ ਏ ਮੈਨੂੰ ਵੀ ਜਨਮ ਮਿਲਿਆ ਕਾਦੇ ਲਈ? ਭਈ ਪ੍ਰਾਪਤ ਮਨੁੱਖ ਦੇਹੁ ਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਮੇਰੀ ਤੇ ਰਾਤ ਸੀ ਇਹ ਰੱਬ ਨੂੰ ਮਿਲਣ ਦੀ, ਪਰ ਮੈਂ ਰਾਤ ਕਿੱਦਾਂ ਬਤੀਤ ਕੀਤੀ? ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਸੌ ਕੇ ਰਾਤ ਜ਼ਿੰਦਗੀ ਦੀ ਗੁਜ਼ਾਰ ਲਈ, ਦਿਨ ਸੀ ਜਿਹੜਾ ਖਾ ਪੀ ਕੇ ਗੁਜ਼ਾਰ ਲਿਆ। ਹੀਰਿਆਂ ਵਰਗਾ ਜਨਮ ਤੇ ਕੌਡੀਆਂ ਦੇ ਬਦਲੇ ਗਿਆ। ਅੱਜ ਪਤਾ ਲੱਗਾ ਮੈਂ ਦੁਹਾਗਣ ਹਾਂ। ਜੋ ਘਰ ਘਰ ਫਿਰੈ ਰੰਨ ਦੁਹਾਗਣ, ਫੇਰ ਉਲਾਂਭਾ ਮਿਲੇ ਸਹੀ। ਮਰਦ ਕਹਿੰਦੇ ਉਲਾਂਭੇ ਉਹਨੂੰ ਮਿਲਦੇ ਜੋ ਆਪਣੇ ਪਤੀ ਪਰਮਾਤਮਾ ਨੂੰ ਛੱਡ ਕੇ ਦਰ ਦਰ ਤੇ ਭਟਕਦੇ ਫਿਰਨਾ। ਕਦੇ ਕਿਸੇ ਨੂੰ ਪਤੀ ਬਣਾਇਆ, ਕਦੇ ਕਿਸੇ ਨੂੰ ਬਣਾਇਆ, ਕਦੇ ਕਿਸੇ ਨੂੰ ਬਣਾਇਆ, ਪਰ ਇੱਕ ਨਿਰੰਕਾਰ ਨੂੰ ਆਪਣਾ ਨਹੀਂ ਮੰਨਿਆ। ਕਹਿੰਦੇ ਉਹ ਦੁਹਾਗਣਾ ਪਛਤਾਉਂਦੀਆਂ ਨੇ, ਉਹ ਕੁਚੱਜੀਆਂ ਨੇ। ਨੂਰ ਸ਼ਾਹ ਨੇ ਸੁਣਿਆ, ਸੁਣ ਕੇ ਬੜੀ ਅਚਰਜ ਹੈ ਵੀ ਗੁਰੂ ਬਾਬਾ ਜੀ ਨੇ ਕਿਹੋ ਜਿਹੇ ਬਚਨ ਸਾਨੂੰ ਕਹਿਤੇ। ਇਹ ਤੇ ਬੜੇ ਕਠੋਰ ਬਚਨ ਨੇ, ਪਰ ਇਹ ਸ਼ੀਸ਼ਾ ਸੀ, ਇਹ ਜੀਵਨ ਦਾ ਸੱਚ ਸੀ। ਕਬਿਤ ਨੂਰ ਸ਼ਾਹ ਸੁਣ ਨਿਜ ਸੀਸ, ਧੁਨ ਭੰਨਿਓ ਪੁੰਨ, ਜਾਣਿਓ ਮਨ ਮਾਹੀ ਇਹ ਚੇਟ ਕੀ ਫਕੀਰ ਹੈ। ਪਰ ਕਹਿੰਦੇ ਉਸ ਮਨਮੁਖ ਨੂਰ ਸ਼ਾਹ ਦੇ ਉੱਤੇ ਗੁਰੂ ਦੇ ਬਚਨਾਂ ਦਾ ਬਹੁਤਾ ਪ੍ਰਭਾਵ ਨਾ ਪਿਆ। ਸੁਣ ਕੇ ਗੱਲਾਂ ਉਹਨੂੰ ਲੱਗਣ ਲੱਗਿਆ ਵੀ ਸਾਧੂ ਸ਼ਾਇਦ ਮੈਨੂੰ ਟਿਚਰਾਂ ਕਰਦੇ ਆ, ਦੁਹਾਗਣ ਕਹਿੰਦੇ ਆ, ਮੈਨੂੰ ਕੁਚੱਜੀ ਆਖਦੇ ਆ। ਹੁਣ ਤੁਸੀਂ ਕਿਸੇ ਬੁਰੇ ਬੰਦੇ ਨੂੰ ਚੰਗੀ ਗੱਲ ਸਿਖਾਉਣ ਲੱਗ ਜੋ ਵੀ ਇਹ 'ਚ ਤੇਰਾ ਫਾਇਦਾ, ਛੱਡਦੇ ਆ ਗੱਲਾਂ। ਕਹਿੰਦਾ ਓਏ ਤੈਨੂੰ ਕੀ ਪ੍ਰੋਬਲਮ ਹੈ, ਤੂੰ ਕੌਣ ਉਹਨਾਂ ਸਮਝਾਉਣ ਵਾਲਾ? ਸਿਆਣੇ ਬੰਦੇ ਕੋਲ ਜਾ ਕੇ ਗੱਲ ਕਰੋ, ਸਮਝਦਾਰ ਕੋਲੋਂ। ਕਹਿੰਦਾ ਠੀਕ ਹੈ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਆਹ ਗਲਤੀ ਦੱਸੀ ਹੈ, ਜੇ ਨਾ ਦੱਸਦੇ ਇਹ ਗਲਤੀ ਮੈਂ ਕਿਤੇ ਹੋਰ ਵੀ ਕਰਦਾ। ਅੱਜ ਤੇ ਇੱਥੇ ਸਰ ਗਿਆ 2 ਬੰਦਿਆਂ 'ਚ, ਕੱਲ 20 'ਚ ਰੌਲਾ ਪੈਣਾ ਸੀ। ਧੰਨਵਾਦ ਤੁਹਾਡਾ, ਤੁਸੀਂ ਦੱਸਿਆ ਮੈਨੂੰ। ਪਰ ਕਹਿੰਦੇ ਨੂਰ ਸ਼ਾਹ ਨੂੰ ਲੱਗਿਆ ਵੀ ਇਹ ਤੇ ਕੋਈ ਚੇਟਕੀ ਫਕੀਰ ਹੈ, ਆਪਣੇ ਮੰਤਰਾਂ ਦਾ ਜਾਲ ਮੇਰੇ ਤੇ ਪਾਉਣਾ ਚਾਹੁੰਦਾ ਏ, ਪਰ ਮੈਂ ਇਹਦੇ ਕਾਬੂ ਆਉਣਾ ਨਹੀਂ। ਮੰਤਰ ਕੋ ਅਲਾਵਤ ਸੁਨਾਵਤ ਛਲਤ ਮੋਹੇ, ਹੋ ਨਾ ਪਤਿਆਵੋ
ਇਹ ਗੜੋਈ ਆਂਬੀਰ ਹੈ। ਹੰਕਾਰ ਵਿੱਚ ਆ ਕੇ ਅੱਖਾਂ ਮਟਕਾ ਕੇ ਸੋਚਦੀ ਆ ਤੇ ਕਹਿਣ ਲੱਗੀ, ਫਕੀਰਾ ਤੂੰ ਇਹ ਛਲ ਨਾ ਕਰੀ ਮੇਰੇ ਨਾਲ, ਮੈਂ ਤੇਰੇ ਮੰਤਰਾਂ ਦੇ ਕਿਤੇ ਕਾਬੂ ਵਸ ਵਿੱਚ ਆ ਜਾ, ਮੈਨੂੰ ਕੌਣ ਵਸ ਕਰ ਲਏਗਾ, ਅਸੀਂ ਤੇ ਦੁਨੀਆ ਵਸ ਕੀਤੀ ਹੈ। ਇਹੋ ਹੀ ਹੰਕਾਰ ਆ ਗਿਆ ਨਾ। ਮਰਦ ਨੇ ਕਿਹਾ ਤੂੰ ਪਤੀ ਪਰਮਾਤਮਾ ਤੋਂ ਵਿਛੜੀ ਹੋਈ, ਤੈਨੂੰ ਰੱਬ ਚੇਤੇ ਨਹੀਂ, ਤੈਨੂੰ ਇਹ ਲੱਗਦਾ ਮੈਂ ਸਿਆਣੀ ਆ ਸੁਚੱਜੀ ਆ, ਮੇਰੇ ਕੋਲ ਪਦਾਰਥ ਬੜੇ, ਮੈਂ ਕਦੇ ਦੁਖੀ ਨਹੀਂ ਹੋਣਾ, ਮੇਰੀ ਕਦੇ ਜਵਾਨੀ ਨਹੀਂ ਢਲਣੀ। ਇਹੀ ਮਾਣ ਹੁੰਦਾ ਨਾ। ਇਹਨੇ ਟਲ ਜਾਣਾ ਹੈ, ਰਹਿਣਾ ਨਹੀਂ ਇਹਨੇ। ਜਦ ਰਹਿਣਾ ਨਹੀਂ ਐਤ ਜਗ ਤੱਕ ਆਇਤ ਗਾਰਬ ਹੰਡੀ ਹੈ। ਸਾਹਿਬ ਕਹਿੰਦੇ ਜਦੋਂ ਰਹਿਣਾ ਦੁਨੀਆ ਤੇ ਨਹੀਂ, ਹੰਕਾਰ ਕਾਹਦਾ ਕਰਨਾ ਹੈ, ਮਾਣ ਕਾਹਦਾ ਕਰਨਾ ਹੈ। ਪਰ ਉਹ ਸਤਿਗੁਰਾਂ ਦੇ ਸਾਹਮਣੇ ਬੈਠੀ ਇਹ ਸੋਚਦੀ ਵੀ ਮੈਂ ਨਹੀਂ ਛਲੇ ਜਾਣਾ ਤੇਰੀਆਂ ਗੱਲਾਂ 'ਚ, ਤੁਸੀਂ ਮੇਰਾ ਕੀ ਕਰੋਗੇ। ਮੈਂ ਰਾਣੀ ਆ, ਮੈਂ ਨੂਰ ਸ਼ਾਹ ਹਾਂ, ਜਾਦੂਗਰਨੀ ਆ, ਤੁਹਾਡੀ ਇਸ ਕਲਾਮ ਦੇ ਵਿੱਚ ਮੈਂ ਫਸਣਾ ਨਹੀਂ। ਪੜੇ ਨਿਜ ਮੰਤਰਨ ਅਨੇਕ ਲਿਖ ਜੰਤਰਨ, ਕਰਤਬੋ ਤੰਤਰਨ ਕੋ ਜਾਣੇ ਇਹ ਗਹੀਰ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਵੱਲ ਮੁਖ ਕਰਕੇ ਕਹਿਣ ਲੱਗੀ, ਪੜ੍ਹ ਹੋਰ ਮੰਤਰ। ਗੁਰੂ ਬਾਬਾ ਜੀ ਨੇ ਬੜੇ ਪ੍ਰੇਮ 'ਚ ਸ਼ਬਦ ਉਚਾਰਿਆ ਸੀ, ਸ਼ਾਇਦ ਇਸ ਮਨਮੁਖ ਦੀ ਸਮਝ 'ਚ ਆ ਜੇ ਕੁਛ। ਕਿਉਂ ਨਹੀਂ ਆਇਆ? ਇਹ ਵੱਡਿਆਂ ਪਾਪਾਂ ਦੀ ਨਿਸ਼ਾਨੀ ਹੈ ਜਿਹਨੂੰ ਗੁਰੂ ਦਾ ਬਚਨ ਸਮਝ ਨਹੀਂ ਆਇਆ। ਮੈਂ ਕਹਿੰਦਾ ਨੂਰ ਸ਼ਾਹ ਦੀ ਗੱਲ ਛੱਡੋ, ਅਸੀਂ ਕਿੰਨੇ ਸ਼ਬਦ ਸਾਰੀ ਜ਼ਿੰਦਗੀ 'ਚ ਸੁਣੇ ਹੋਣਗੇ ਹੁਣ ਤੱਕ, ਕਿੰਨੇ ਪੜ੍ਹੇ ਹੋਣਗੇ, ਸਾਡੇ ਤੇ ਅਸਰ ਹੈ ਕੋਈ? ਲੈ ਤੁਹਾਡੀ ਗੱਲ ਛੱਡੋ, ਮੈਂ ਆਪਣੀ ਕਰਦਾ, ਕਿਉਂਕਿ ਤੁਹਾਡੀ ਕਰੂੰ ਤੁਹਾਨੂੰ ਗੁੱਸਾ ਲੱਗੂਗਾ, ਬੁਰਾ ਲੱਗੂਗਾ। ਮੈਂ ਕਹਿੰਦਾ ਮੈਂ ਆਪਣੇ ਜੀਵਨ ਦੀ ਗੱਲ ਕਰਦਾ। ਮੇਰੇ 14 ਸਾਲ ਹੋ ਗਏ ਕਥਾ ਕਰਦਿਆਂ ਨੂੰ, 13 ਸਾਲ, ਪਤਾ ਨਹੀਂ ਕਿੰਨੇ ਕਰਥ ਕੀਤੇ ਹੋਣੇ, ਕਿੰਨੀ ਵਾਰ ਮੁੱਖ ਵਾਕ ਹੁਕਮਨਾਮਿਆਂ ਦੀ ਕਥਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ, ਗੁਰ ਇਤਿਹਾਸ ਦੀ 2-2 3-3 ਵਾਰ ਕਥਾ। ਜਦੋਂ ਮੇਰੇ ਜੀਵਨ ਤੇ ਅਸਰ ਨਹੀਂ ਹੋਇਆ ਤੇ ਤੁਹਾਡੇ ਤੇ ਕਿੱਥੋਂ ਹੋਣਾ ਹੈ? ਭਾਵ ਕੀ ਹੈ? ਪਤਾ ਨਹੀਂ ਕਿਹੜੇ ਜਨਮਾਂ ਦੇ ਅਸੀਂ ਪਾਪ ਕੀਤੇ ਹੋਣੇ। ਇੱਕ ਸ਼ਬਦ ਸੁਣਿਆ ਤੋਂ ਸੱਜਣ ਠੱਗ ਸੱਜਣ ਹੋ ਗਿਆ, ਪਰ ਅਸੀਂ ਠਗਵਾੜੇ ਇੱਕ ਪਲ ਵੀ ਨਾ ਬਦਲੇ। ਆਖੋ ਸਤਨਾਮ। ਕੋਈ ਅਸਰ ਹੈ ਸਾਡੇ ਤੇ? ਨਾ ਤੁਹਾਡੇ ਤੇ ਹੈ, ਨਾ ਮੇਰੇ ਤੇ ਹੈ। ਬਸ ਥੋੜਾ ਸਮਾਂ ਵਧੀਆ ਲੰਘਿਆ, ਛਕਣਾ ਪ੍ਰਸ਼ਾਦ, ਫਿਰ ਉਹੀ ਗੱਲਾਂ, ਜਿਹੜੀਆਂ ਗੱਲਾਂ ਕਥਾ ਤੋਂ ਪਹਿਲਾਂ ਚੱਕੀ ਫਿਰਦੇ ਸੀ, ਦਿਮਾਗ ਤੇ ਲੋਡ ਸੀ, ਉਹ ਫੇਰ ਆ ਜਾਣੀਆਂ ਨੇ। ਪਰ ਜਿੱਦਣ ਸਤਿਗੁਰ ਦੀ ਕਿਰਪਾ ਹੋ ਗਈ, ਜੀਵਨ ਵਿੱਚ ਤਬਾਦਲਾ ਆ ਜਾਂਦਾ ਹੈ, ਜੀਵਨ 'ਚ ਪ੍ਰਭਾਵ ਪੈ ਜਾਂਦਾ ਏ। ਉਹਨੇ ਸਾਹਮਣੇ ਬਹਿ ਕੇ ਮਰਦ ਦੇ ਮੰਤਰ ਪੜ੍ਹਨੇ ਸ਼ੁਰੂ ਕਰਤੇ। ਘੜਾ ਤੇ ਲੱਥਾ ਨਹੀਂ ਉੱਥੋਂ। ਰੱਬ ਨਾਲ ਟੱਕਰਾਂ, ਪਤੀ ਪਰਮੇਸ਼ਰ ਨਾਲ ਟੱਕਰਾਂ, ਵੀ ਕੋਈ ਗੱਲ ਨਹੀਂ, ਤੂੰ ਕੀ ਕਰੇਂਗਾ, ਤੈਨੂੰ ਮੈਂ ਸਿੱਧਿਆਂ ਕਰ ਦੂੰ। ਗੁਰੂ ਬਾਬਾ ਜੀ ਨੇ ਨਜ਼ਰ ਭਰ ਕੇ ਵੇਖਿਆ, ਮਰਦ ਹੈਰਾਨ ਹਨ ਵੀ ਐਡਾ ਪਾਪੀ ਚਿੱਤ, ਐਡਾ ਵਿਕਾਰੀ ਚਿੱਤ। ਇਹਨੇ ਸ਼ਬਦ ਸੁਣ ਕੇ ਵੀ ਇੱਕ ਵਾਰ ਸਲਾਮ ਨਹੀਂ ਕੀਤੀ, ਬਚਨ ਮੰਨਿਆ ਨਹੀਂ, ਕਮਾਇਆ ਨਹੀਂ। ਸਮਝ ਸਾਰੀ ਆਉਂਦੀ ਹੈ, ਕਿਉਂਕਿ ਮਰਦ ਨੇ ਉਹਨਾਂ ਦੀ ਬੋਲੀ 'ਚ ਗਾਇਆ ਨਾ, ਮੰਝ ਕੁਚੱਜੀ ਅਮਾਵਨ ਡੋਸੜੇ, ਵੀ ਐ ਮੈਂ ਤੇ ਦੁੱਖਾਂ ਨਾਲ ਭਰੀ ਹੋਈਆਂ, ਮੇਰੇ 'ਚ ਔਗਣ ਵੜੇ ਆ, ਪਤੀ ਪਰਮਾਤਮਾ ਪਰਮੇਸ਼ਰ ਮੈਨੂੰ ਮਿਲ ਹੀ ਨਹੀਂ ਸਕਦਾ। ਇੰਨੇ ਗੁਨਾਹਾਂ ਦੀ ਭਰੀ ਪਤਨੀ ਨੂੰ ਕਿਹੜਾ ਪਤੀ ਰੱਖਦਾ, ਤੇ ਰੱਬ ਕਿੱਥੋਂ ਰੱਖ ਲੂਗਾ? ਰੱਖ ਸਕਦਾ ਜੀ। ਦੁਨਿਆਵੀ ਤੌਰ ਤੇ ਪਤੀ ਨੂੰ ਪਤਨੀ ਸਿੱਧੇ ਮੂੰਹ ਨਹੀਂ ਬੋਲਦੀ, 100 ਗੁਨਾਹ ਕਰਦੀ ਹੈ, ਪਰਦੇ ਪਿੱਛੇ ਵਿਕਾਰ ਭੋਗਦੀ ਹੈ, ਬੜੇ ਪਾਪ ਨੇ ਅੰਦਰ। ਹਰ ਵੇਲੇ ਮਾਇਆ ਮਾਇਆ ਮਾਇਆ, ਘਰੋਂ ਇਕੱਠਾ ਕਰਨਾ, ਪੇਕੇ ਢੋਈ ਜਾਣਾ। ਅਗਲਾ ਕਹਿੰਦਾ ਖਹਿੜਾ ਛਡਾਓ ਮੇਰਾ, ਮੈਂ ਨਹੀਂ ਰੱਖਣੀ, ਨਿਭ ਹੀ ਨਹੀਂ ਸਕਦੀ। ਤੇ ਜਿਸ ਰੱਬ ਪਿਆਰੇ ਨੇ ਸਾਨੂੰ ਸਭ ਕੁਝ ਦਿੱਤਾ, ਉਹਦਾ ਲੈ ਕੇ ਮੁੱਕਰ ਜਾਣਾ, ਅਹਿਸਾਨ ਫਰਾਮੋਸ਼ ਹੋ ਜਾਣਾ, ਤੇ ਫਿਰ ਉਹ ਪਰਮਾਤਮਾ ਰੱਖੂ ਸਾਨੂੰ ਆਪਣੇ ਕੋਲੇ। ਉਹ ਕਹਿੰਦਾ ਨਹੀਂ, ਤੂੰ ਦੂਰ ਠੀਕ ਹੈ, ਮਨਮੁਖਾਂ 'ਚ ਰਹਿ, ਮਾਇਆ 'ਚ ਰਹਿ, ਤੈਨੂੰ ਮਾਇਆ ਦਿੱਤੀ, ਤੈਨੂੰ ਰੱਬ ਪਤੀ ਪਿਆਰਾ ਨਹੀਂ ਚਾਹੀਦਾ, ਤੈਨੂੰ ਪਤੀ ਦੇ ਪਦਾਰਥ ਚਾਹੀਦੇ, ਜਾਂ ਮਾਇਆ 'ਚ ਖੱਜਲ ਹੋ। ਅਸੀਂ ਕਹਿੰਦੇ ਲਿਆ ਸੁੱਖ ਬੜਿਆ, ਰੱਬਾ ਸਾਨੂੰ ਦੇ ਦੇ। ਨਾ ਨਾ, ਸਾਨੂੰ ਰੱਬ ਚਾਹੀਦਾ ਹੈ, ਪਿਆਰਾ ਚਾਹੀਦਾ ਹੈ, ਪਤੀ ਪਰਮੇਸ਼ਰ ਚਾਹੀਦਾ ਹੈ, ਪਦਾਰਥ ਨਹੀਂ ਚਾਹੀਦੇ। ਤੇ ਦੁਨੀਆ ਪਦਾਰਥਾਂ ਪਿੱਛੇ ਭੱਜੀ ਫਿਰਦੀ। ਰੱਬ ਦੇ ਘਰ ਆ ਕੇ ਕਹਿੰਦੇ ਰੱਬਾ ਸਾਨੂੰ ਤੇਰੀ ਤਾਂ ਨਹੀਂ ਲੋੜ ਹੈਗੀ, ਤੁਸੀਂ ਤੇ ਨਾਲ ਹੀ ਹੋ ਸਾਡੇ। ਆ ਹੁਣ ਇੱਕ ਟਰੈਕਟਰ ਦੇ ਦਿਓ, ਇੱਕ ਟਰਾਲੀ ਵੀ ਦੇ ਦਿਓ, ਆ ਫਲਾਣੀ ਬੱਸ ਦੇ ਦਿਓ, ਫਲਾਣੀ ਕਾਰ ਦੇ ਦਿਓ, ਕੋਠੀ ਦਵਾ ਦਿਓ ਜੀ, ਕੇਸ ਜਿਤਾ ਦਿਓ ਜੀ, ਮੁੰਡਾ ਬਾਹਰ ਭੇਜ ਦਿਓ, ਕੁੜੀ ਦਾ ਵਿਆਹ ਕਰਾ ਦਿਓ ਜੀ। ਕੀ ਮੰਗਿਆ? ਇਹ ਤੇ ਉਹ ਚੀਜ਼ਾਂ ਸੀ, ਮੰਗਣ ਦੀ ਲੋੜ ਨਹੀਂ। ਮੰਗੇਗਾ ਪਹਿਲਾਂ ਹੀ ਜਾਲ 'ਚ ਫਸਿਆ ਸੀ, ਇਹਨਾਂ ਜਾਲਾਂ 'ਚੋਂ ਨਿਕਲਣਾ ਸੀ। ਸਾਹਿਬ ਨੇ ਬਾਣੀ 'ਚ ਲਿਖਿਆ, ਪੁੱਤਰ ਕਲਤਰ ਗ੍ਰਸਤ ਕਾ ਫਾਸਾ, ਹੁਣ ਨਾ ਪਾਈਐ ਰਾਮ ਕੇ ਦਾਸਾ। ਕਹਿੰਦੇ ਧੀਆਂ ਪੁੱਤਾਂ ਦਾ ਮੋਹ ਤੈਨੂੰ ਰੱਬ ਦਾ ਦਾਸ ਨਹੀਂ ਬਣਨ ਦਿੰਦਾ, ਤੇ ਤੂੰ ਫੇਰ ਮੰਗੀ ਜਾਂਦੇ ਵੀ ਰੱਬਾ ਮੈਨੂੰ ਇਸ ਦਲਦਲ 'ਚੋਂ ਨਾ ਕੱਢੀ, ਮੈਨੂੰ ਇੱਥੇ ਹੀ ਰਹਿਣ ਦੇ, ਮੈਨੂੰ ਬੜੀ ਖੁਸ਼ੀ ਹੈ। ਤੇ ਫਿਰ ਲਾਂਭੇ ਵੀ ਦੇਣਾ, ਰੱਬਾ ਮੈਂ ਦੁਖੀ ਹਾਂ। ਇੱਕ ਬੰਦਾ ਚਿੱਕੜ 'ਚ ਖੜਾ, 4 ਬੰਦੇ ਕੱਢਣ ਆਇਆ, ਹੱਥ ਜੋੜ ਗਿਆ ਕਿ ਨਾ ਭਾਈ ਮੈਨੂੰ ਨਾ ਕੱਢਿਓ, ਇੱਥੇ ਹੀ ਵਧੀਆ ਏ, ਜੇ ਨੇੜੇ ਆਏ ਪੱਥਰ ਮਾਰੂੰਗਾ।
ਅਗਲੇ ਕਹਿਣਗੇ ਝੱਲਾ ਕਮਲਾ ਯਾਰ ਅਸੀਂ ਕੀ ਲੈਣਾ ਇਹਦੇ ਤੋਂ। ਉਹ ਦੁਖੀ ਹੈ, ਦਲਦਲ 'ਚ ਫਸਿਆ ਮਰ ਜਾਏਗਾ। ਗੁਰੂ ਸਾਹਿਬ ਕਹਿੰਦੇ ਆਹ ਹਾਲਤ ਮਨੁੱਖ ਦੀ ਹੈ, ਉਹ ਜਿਸ ਨਰਕ ਵਿੱਚ ਮਾਇਆ ਦੇ ਮੋਹ 'ਚ ਲੋਭ 'ਚ ਫਸਿਆ ਨਾ, ਨਿਕਲਣਾ ਹੀ ਨਹੀਂ ਚਾਹੁੰਦਾ। ਤੁਸੀਂ ਕਹੋਗੇ ਉਹ ਕਿਉਂ ਨਹੀਂ ਨਿਕਲਦਾ? ਹੁਣ ਸੂਰ ਗੰਦਗੀ 'ਚ ਬੈਠਾ, ਸਾਨੂੰ ਗੰਦਗੀ ਤੋਂ ਕਿੰਨੀ ਕਰਨਾ ਹੈ? ਕਿੰਨੀ ਗੰਦਗੀ ਆ, ਬੁਰੀ ਲੱਗਦੀ ਹੈ ਨਾ। ਕੋਈ ਗਟਰ ਹੋਵੇ ਕਿੰਨਾ ਬੁਰਾ ਲੱਗਦਾ। ਲੈ ਸੂਰ ਨੂੰ ਪੁੱਛੋ, ਕਹਿੰਦਾ ਬੈਡਰੂਮ ਆਪਣਾ ਹੀ ਇੱਥੇ ਖੁਸ਼ ਹਾਂ ਆਪਾਂ। ਉਹਨੂੰ ਉਠਾਓ, ਉੱਠਦਾ ਹੀ ਨਹੀਂ। ਉਠਾਓਗੇ ਭੱਜ ਕੇ ਫੇਰ ਆ ਕੇ ਲੇਟੇ ਮਾਰੂਗਾ, ਕਿਉਂਕਿ ਉਹਨੂੰ ਉਹ ਚੰਗਾ ਲੱਗਦਾ ਹੈ। ਮਾਇਆ ਦੇ ਪਦਾਰਥ ਵਿਕਾਰਾਂ ਦੀ ਦੁਨੀਆ ਮਨੁੱਖ ਨੂੰ ਚੰਗੀ ਲੱਗਦੀ ਹੈ, ਪਰ ਪਤੀ ਪਰਮਾਤਮਾ ਚੰਗਾ ਨਹੀਂ ਲੱਗਦਾ। ਇਸ ਕਰਕੇ ਸਤਿਗੁਰਾਂ ਤੇ ਮੰਤਰਾਂ ਦਾ ਬਲ ਸ਼ੁਰੂ ਕਰਤਾ, ਤੰਤਰ ਵਿਦਿਆ ਸ਼ੁਰੂ ਕਰ ਦਿੱਤੀ। ਇਹਨਾਂ ਸਾਧਾਂ ਨੂੰ ਮੈਂ ਕਾਬੂ ਕਰ ਲਾਂ। ਬਸ ਨਹਿ ਚਲਿਓ ਕੋ ਹਰੀ ਸਬੈ ਬਿਦ ਸੋ, ਲਖਿਓ ਹਿਰਦੇ ਮਾਹੀ ਤਬ ਪੀਰਨ ਕੋ ਪੀਰ ਹੈ। ਜਦੋਂ ਆਪਣੀ ਇਮਤਿਹਾਨ ਕਰ ਲਈ, ਜ਼ੋਰ ਲਾ ਲਿਆ, ਮੰਤਰ ਤੰਤਰ ਜੰਤਰ ਗੁਰੂ ਨਾਨਕ ਸਾਹਿਬ ਤੇ ਵੀ ਪੜ੍ਹ ਲਏ ਅੱਜ ਉਹਨੇ, ਥੱਕ ਗਈ, ਹਾਰ ਗਈ। ਜਦੋਂ ਗੁਰੂ ਬਾਬਾ ਜੀ ਨੇ ਅੱਖਾਂ ਭਰ ਕੇ ਵੇਖਿਆ, ਕਹਿੰਦੇ ਕਰਾਮਾਤਾਂ ਖਿੱਚ ਕੇ ਖਾਲੀ ਕਰਤੀ। ਆਖੋ ਸਤਨਾਮ। ਖਾਲੀ ਹੋ ਗਿਆ ਸਰੀਰ, ਮੰਤਰ ਕੰਮ ਨਹੀਂ ਕਰਦੇ, ਜੰਤਰ ਕੰਮ ਨਹੀਂ ਕਰਦੇ। ਫਿਰ ਅੰਦਰੋਂ ਖਿਆਲ ਆਇਆ, ਇਹ ਤਾਂ ਗਾਡੋ ਹੀ ਪੀਰ ਹੈ, ਇਹ ਤੇ ਮੈਨੂੰ ਲੱਗਦਾ ਕੋਈ ਪੀਰਾਂ ਦਾ ਪੀਰ। ਆਖੋ ਸਤਨਾਮ। ਹੁਣ ਮੱਤ ਟਿਕਾਣੇ ਆਈ ਹੈ। ਬੰਦੇ ਦੀ ਅਕਲ ਟਿਕਾਣੇ ਉਦੋਂ ਆਉਂਦੀ ਜਦੋਂ ਕੋਈ ਹੰਕਾਰ 'ਚ ਆ ਜਾਂਦਾ ਨਾ, ਰੱਬ ਖਿੱਚ ਲੈਂਦਾ ਸਾਰਾ ਕੁਝ। ਮਾਇਆ, ਧਨ, ਦੌਲਤ, ਮਿੱਤਰ, ਦੋਸਤ, ਪਦਾਰਥ ਜਦੋਂ ਖਿੱਚ ਲੈਂਦਾ ਨਾ ਉਹ, ਤੇ ਫਿਰ ਬੰਦਾ ਕਹਿੰਦਾ ਰੱਬਾ ਮੈਂ ਤੇਰੇ ਦਰ ਆਇਆ, ਮੇਰੀ ਲਾਜ ਤੂੰ ਰੱਖਣੀ ਹੈ, ਮੈਂ ਹੁਣ ਤੇਰਾ ਹੀ ਹਾਂ। ਤੇ ਜਿੱਦਣ ਦੋਸਤ ਨਾਲ ਸੀ, ਮਿੱਤਰ ਨਾਲ ਸੀ, ਪਦਾਰਥ ਸੀ, ਉਦੋਂ ਉਹਨੂੰ ਕੋਈ ਕਹਿੰਦਾ ਸੀ ਨਾ ਗੁਰਦੁਆਰੇ ਛੱਡੇ ਆਈ, ਕਹਿੰਦਾ ਇੰਨਾ ਸਮਾਂ ਕਿੱਥੇ ਸਾਡੇ ਕੋਲੇ, ਆਪ ਹੀ ਜਾਇਆ, ਉਹ ਟਾਈਮ ਨਹੀਂ ਹੈ। ਪਰ ਜਿਸ ਵੇਲੇ ਉਹਨੇ ਖਿੱਚ ਲਿਆ ਸਾਰਾ ਕੁਝ, ਭੱਜਿਆ ਫਿਰਦਾ ਰੱਬ ਦੇ ਦਰ ਤੇ, ਕਹਿੰਦਾ ਰੱਬ 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 ਰੱਬ, ਤੂੰ ਤੂੰ ਤੂੰ, ਮੇਰਾ ਹੈ ਕੁਛ ਨਹੀਂ। ਗੁਰੂ ਸਾਹਿਬ ਦੇ ਚਰਨਾਂ ਦੇ ਕੋਲ ਆ ਕੇ ਕਹਿੰਦੀ ਆ, ਪੀਰਾਂ ਦੇ ਪੀਰ ਮੈਨੂੰ ਬਖਸ਼ ਲੈ। ਅਜੇ ਨਹੀਂ ਬਖਸ਼ਿਆ, ਸਮਾਂ ਸਮਾਪਤ ਹੈ। ਜਿਵੇਂ ਮਰਜ਼ ਕਿਰਪਾ ਕਰਨਗੇ, ਇੱਥੋਂ ਅੱਗੇ ਮਰਜ਼ ਕਿੱਥੇ ਕਿੱਥੇ ਜਾਣਗੇ। ਸਾਰੇ ਪ੍ਰਸੰਗਾਂ ਨੂੰ ਕੱਲ ਸ਼ਾਮ ਦੇ ਦੀਵਾਨਾਂ 'ਚ ਵਿਚਾਰਾਂਗੇ।